ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਬੜਾ ਕੁਛ ਹੋ ਰਿਹਾ। ਜੀ। ਪਹਿਲਾਂ ਤਾਂ ਰੀਆ ਚੱਕਰਬਰਤੀ ਦੀ ਜਿਹੜੀ ਖਬਰ ਆਈ ਉਹ ਮੈਂ ਖਬਰਾਂ ਦੇ ਵਿੱਚ ਕੱਲ੍ਹ ਵੀ ਸਾਂਝੀ ਕੀਤੀ ਸੀ ਕਿ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਬੇਲ ਉੱਤੇ। ਜੀ। ਸੋ ਸਾਰਿਆਂ ਦੀਆਂ ਨਜ਼ਰਾਂ ਉੱਥੇ ਟਿਕੀਆਂ ਹੋਈਆਂ ਸੀ, ਪਤਾ ਨਹੀਂ ਸੀ ਕੀ ਹੋਣਾ। ਰਾਈਟ। ਸੋ ਦੈਟ ਵਾਸ ਅ ਗੁੱਡ ਨਿਊਜ਼ ਆਈ ਗੈਸ, ਹੈ ਨਾ? ਹਾਂਜੀ, ਉਹਨਾਂ ਨੂੰ ਬੇਲ ਮਿਲ ਗਈ ਹੈ ਆਲਮੋਸਟ ਆਫਟਰ 28 ਡੇਜ਼। 28 ਦਿਨਾਂ ਤੋਂ ਬਾਅਦ ਉਹ ਬਾਹਰ ਆਏ ਨੇ, ਲੇਕਿਨ ਉਹਨਾਂ ਦੇ ਬ੍ਰਦਰ ਨੂੰ ਹਜੇ ਬੇਲ ਨਹੀਂ ਮਿਲੀ ਹੈ, ਸ਼ੌਵਿਕ ਚੱਕਰਵਰਤੀ। ਉਹ ਹਜੇ ਉਹਨਾਂ ਤੇ ਕੇਸ ਚੱਲੂਗਾ ਜੀ। ਇਹਨਾਂ ਕੋਲੇ ਕੋਈ ਸਬਸਟੈਂਸ਼ੀਅਲ ਪ੍ਰੂਫ ਨਹੀਂ ਸੀਗਾ ਐਨਸੀਬੀ ਕੋਲੇ ਕਿ ਇਹ ਡਰੱਗਸ ਰੱਖਦੇ ਸੀ, ਕਿਉਂਕਿ ਉਹਨਾਂ ਦੇ ਘਰਾਂ 'ਚ ਜਦੋਂ ਛਾਪੇ ਪਏ, ਇਹਨਾਂ ਦੇ ਘਰ 'ਚ ਵੀ ਤੇ ਸੁਸ਼ਾਂਤ ਦੇ, ਉੱਥੇ ਕੋਈ ਡਰੱਗਸ ਨਹੀਂ ਮਿਲੀਆਂ ਦੈਟਸ ਇਹਨਾਂ ਰਾਈਟ। ਹਾਂ। ਨੂੰ। ਸੋ ਤਾਂ ਕਰਕੇ ਇਹਨਾਂ ਨੂੰ ਰਿਹਾ ਕਰਤਾ ਗਿਆ। ਪਰ ਤਰਨਮ ਗੱਲ ਇਹ ਹੈ ਕਿ ਹੁਣ ਗੱਲ ਇਹ ਹੋ ਰਹੀ ਹੈ ਕਿ ਇਹ ਪਹਿਲੇ ਵੀ ਰਿਹਾ ਹੋ ਸਕਦੇ ਸੀਗੇ, ਜੀ। ਪਰ ਇਹਨਾਂ ਨੂੰ ਜਾਣ ਬੁੱਝ ਕੇ, ਕਿਉਂਕਿ ਮਹਾਰਾਸ਼ਟਰ ਗਵਰਨਮੈਂਟ ਤੇ ਪ੍ਰੈਸ਼ਰ ਪਾਉਣਾ ਸੀ, ਪੁਲਿਸ ਤੇ ਪ੍ਰੈਸ਼ਰ ਪਾਉਣਾ ਸੀ, ਤਾਂ ਕਰਕੇ ਅਰੈਸਟ ਕੀਤਾ ਗਿਆ। 28 ਦਿਨਾਂ ਵਾਸਤੇ ਇਹਨਾਂ ਨੂੰ ਰੱਖਿਆ ਉੱਥੇ। ਜੀ। ਇੱਕ ਕੁੜੀ ਵਾਸਤੇ 28 ਦਿਨਾਂ ਵਾਸਤੇ ਜੇਲ੍ਹ ਦੇ ਵਿੱਚ ਰਹਿਣਾ, ਫਿਰ ਉਸ ਤੋਂ ਬਾਅਦ ਮਤਲਬ ਕੋਰਟ ਦਾ ਇਹ ਕਹਿਣਾ ਕਿ ਨਹੀਂ, ਸਾਨੂੰ ਕੋਈ ਸਬੂਤ ਨਹੀਂ ਮਿਲਿਆ, ਸੋ ਇਹਨਾਂ ਨੂੰ ਅਸੀਂ ਰਿਹਾ ਕਰ ਰਹੇ ਹਾਂ। ਜੀ। ਔਰ ਉਦੋਂ ਤੱਕ ਸਾਰੀ ਦੁਨੀਆ ਜਿਹੜੀ ਤੁਹਾਡੇ ਉੱਤੇ ਫਿੰਗਰ ਪੁਆਇੰਟਿੰਗ ਕਰ ਰਹੀ ਹੈ, ਸਾਰਾ ਮੀਡੀਆ ਤੁਹਾਡੇ ਖਿਲਾਫ ਹੋਇਆ ਹੋਇਆ ਜੀ। ਇਟ ਬਿਕੇਮ ਅ ਮੀਡੀਆ ਸਰਕਸ, ਹੈ ਨਾ? ਬਿਲਕੁਲ ਬਿਲਕੁਲ। ਅੱਜ ਇਹਨਾਂ ਦੀ ਜਿਹੜੀਆਂ ਪਿਕਚਰਸ ਨੇ ਵਾਇਰਲ ਹੋਈਆਂ ਕਿਉਂਕਿ ਇਹਨਾਂ ਨੂੰ 10 ਦਿਨ ਲਈ ਇਹਨਾਂ ਨੇ ਉੱਥੇ ਮੁੰਬਈ ਪੁਲਿਸ 'ਚ ਥਾਣੇ 'ਚ ਜਾ ਕੇ 10 ਦਿਨ ਲਈ ਹਾਜ਼ਰੀ ਦੇਣੀ ਹੁੰਦੀ ਹੈ। 10 ਡੇਜ਼ ਇਹ ਦੇਣਗੇ। ਦੈਟਸ ਰਾਈਟ। ਸੋ ਅੱਜ ਇਹਨਾਂ ਦੀਆਂ ਪਿਕਚਰਸ ਵਾਇਰਲ ਹੋਈਆਂ, ਤੁਸੀਂ ਵੇਖੋਗੇ ਅੱਜ ਬਹੁਤਾ ਮੀਡੀਆ ਨਹੀਂ ਹੈ, ਕਿਉਂਕਿ ਸਭ ਤੋਂ ਪਹਿਲੇ ਜਦੋਂ ਇਹਨਾਂ ਨੂੰ ਬੇਲ ਮਿਲੀ ਹੈ ਉੱਥੇ ਪੁਲਿਸ ਨੇ ਕਲੀਅਰ ਕਰਤਾ ਸੀ, ਇੰਸਟਰਕਸ਼ਨਸ ਨੇ, ਜੇ ਤੁਸੀਂ ਕਿਸੇ ਸੈਲੀਬ੍ਰਿਟੀ ਨੂੰ ਚੇਸ ਕਰੋਗੇ ਰਾਈਟ ਨਾਓ, ਖਾਸ ਕਰ ਇਹਨਾਂ ਨੂੰ ਵੀ, ਜੇ ਇਹਨਾਂ ਦੇ ਪਿੱਛੇ ਜਾਓਗੇ, ਇਹਨਾਂ ਤੋਂ ਇੰਟਰਵਿਊ ਮੰਗਣਗੇ, ਤੁਹਾਡੇ ਤੇ ਕੇਸ ਹੋ ਸਕਦਾ। ਅੱਛਾ, ਪਰ ਫਿਰ ਵੀ ਫੋਟੋਗ੍ਰਾਫਰ ਸੀ, ਗੱਡੀ ਨੂੰ ਮੈਂ ਦੇਖੀਆਂ ਤਸਵੀਰਾਂ ਤਾਂ ਅਖਬਾਰਾਂ ਦੇ ਨਾਲ ਬਲੌਕ ਕੀਤਾ ਹੋਇਆ ਸੀ ਤਾਂ ਕਿ ਵਿੰਡੋਜ਼ ਤੋਂ ਨਜ਼ਰ ਨਾ ਆਵੇ ਅੰਦਰ ਕੌਣ ਬੈਠਾ ਹੈ। ਫਿਰ ਵੀ ਦਰਜਨਾਂ ਫੋਟੋਗ੍ਰਾਫਰਸ ਪਿੱਛੇ ਭੱਜ ਰਹੇ ਸੀ। ਐਂਡ ਇਟਸ ਇੰਟਰਸਟਿੰਗ ਕਿ ਨਿਊਜ਼ ਚੈਨਲਸ ਵਾਸਤੇ ਇਹ ਖੁਰਾਕ ਬਣ ਚੁੱਕਾ ਹੈ। ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ ਹੈ, ਕਿਹੜੀ ਸੈਲੀਬ੍ਰਿਟੀ ਕੀ ਕਰ ਰਹੀ ਹੈ, ਨਿਊਜ਼ ਚੈਨਲਸ ਉੱਤੇ ਇਹ ਸੁਰਖੀਆਂ ਦੇ ਵਿੱਚ ਹੈ। ਔਰ ਇਸ ਬਾਰੇ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਜਿੱਥੇ ਫਾਰਮਰਸ ਇਸ਼ੂਜ਼ ਬਾਰੇ ਗੱਲ ਹੋਣੀ ਚਾਹੀਦੀ ਹੈ, ਉੱਥੇ ਹੀ ਸੁਸ਼ਾਂਤ ਸਿੰਘ ਰਾਜਪੂਤ, ਕੰਗਨਾ ਰਣੌਤ ਤੇ ਰੀਆ ਚੱਕਰਬਰਤੀ ਸੁਰਖੀਆਂ ਦੇ ਵਿੱਚ ਨੇ। ਪਰ ਇਟਸ ਇੰਟਰਸਟਿੰਗ ਟੂ ਸੀ ਕਿ ਕਿੱਦਾਂ ਸ਼ਿਫਟ ਹੋਇਆ ਮੀਡੀਆ ਦੇ ਵਿੱਚ ਵੀ ਪਿਛਲੇ ਕੁਝ ਸਾਲਾਂ ਤੋਂ। ਹੁਣ ਪਰ ਆ ਤੁਸੀਂ ਦੇਖੋ ਦੁਨੀਆ 'ਚ ਕਿੰਨਾ ਕੁਝ ਹੋਈ ਜਾ ਰਿਹਾ ਸੀ, ਉਸ ਵੇਲੇ ਵੀ ਜਦੋਂ ਇਹ ਕੇਸ ਚੱਲ ਰਿਹਾ ਸੀਗਾ, ਇਸ ਤੋਂ ਬਾਅਦ ਵੀ ਹੋਣਾ। ਬਟ ਹੁਣ ਗੱਲ ਇਹ ਕਿ ਹੁਣ ਇਹ ਡਲ ਜਿਹਾ ਲੱਗਣ ਲੱਗ ਗਿਆ। ਜਦੋਂ ਤੱਕ ਤੁਸੀਂ ਦੇਖੋ ਕਿਸੇ ਨੂੰ ਤੁਸੀਂ ਵਿਕਟਮ ਕਰਾਰ ਕਰਦੇ ਹੋ, ਤੇ ਜਦੋਂ ਉਹ ਵਿਕਟਮ ਹੈਗਾ ਤੁਹਾਡੇ ਕੋਲੇ, ਹੁਣ ਉਹ ਵਿਕਟਮ ਰਿਹਾ ਹੋ ਗਿਆ, ਜਿਹੜਾ ਕਲਪ੍ਰਿਟ ਤੁਸੀਂ ਉਹਨੂੰ ਕਰਤਾ ਸੀਗਾ ਉਹ ਹੁਣ ਰਿਹਾ ਹੋ ਗਿਆ, ਹੁਣ ਤੁਸੀਂ ਕੀ ਕਹਾਣੀ ਬਣਾਓਗੇ, ਰਾਈਟ? ਪਰ ਗੱਲ ਇਹ ਹੈ ਕਿ ਹੁਣ ਜਿਹੜੇ ਸਾਨੂੰ ਵੀ ਪਤਾ ਕਿਹੜੇ ਚੈਨਲਸ ਨੇ, ਕਿਹੜੇ ਜਰਨਲਿਸਟ ਨੇ ਜਿਨ੍ਹਾਂ ਨੂੰ ਚੱਕਿਆ ਸੀ, ਹੁਣ ਉਹ ਕਹਿ ਰਹੇ ਨੇ ਵੀ ਕੇਸ ਕਰੋ ਕਿ ਇਹ ਗਲਤ ਗੱਲ ਹੈ, ਉਹਨੂੰ ਕਿਉਂ ਛੱਡਤਾ ਗਿਆ। ਹੁਣ ਕਿਉਂਕਿ ਏਮਸ ਦੀ ਰਿਪੋਰਟ ਆ ਗਈ ਹੈ ਜਿਹਦੇ ਵਿੱਚ ਇੱਕ ਦੱਸਿਆ ਗਿਆ ਕਿ ਇਹ ਸੁਸਾਈਡ ਹੀ ਹੈਗਾ, ਮਰਡਰ ਨਹੀਂ ਹੈ। ਹੁਣ ਉਹ ਫੈਮਿਲੀ ਕਹਿ ਰਹੀ ਨਹੀਂ ਇੱਦਾਂ ਦੀ ਗੱਲ ਨਹੀਂ, ਤੁਸੀਂ ਫੋਰੈਂਸਿਕ ਟੀਮ ਨਵੀਂ ਰੱਖੋ, ਨਵੀਂ ਟੀਮ ਲਿਆਓ, ਦੁਬਾਰਾ ਤੋਂ ਕੇਸ ਇਹਨੂੰ ਕਰੋ, ਕਿਉਂਕਿ ਹੁਣ ਇਹਦੇ 'ਚ ਕੁਛ ਰਹਿ ਨਹੀਂ ਗਿਆ। ਤਰਨਮ ਤੁਸੀਂ ਦੇਖੋਗੇ ਵੱਡੇ ਸੈਲੀਬ੍ਰਿਟੀਜ਼ ਜਿੱਦਾਂ ਸ਼ੇਖਰ ਸੁਮਨ ਵਰਗੇ, ਉਹ ਕਹਿ ਰਹੇ ਨੇ ਹੁਣ ਤਾਂ ਇਹ ਰਿਹਾ ਹੋਗੀ, ਹੁਣ ਕੀ ਬਣੂ ਕੇਸ ਦਾ। ਮਤਲਬ ਦੁੱਖ ਇਹ ਆ ਵੀ ਉਹ ਰਿਹਾ ਹੋਗੀ, ਕੇਸ ਦਾ ਸੋਲਿਊਸ਼ਨ ਕੀ ਨਿਕਲਿਆ ਮੈਨੂੰ ਨਹੀਂ ਲੱਗਦਾ ਉਹਦੇ 'ਚ ਕੋਈ ਇੰਟਰਸਟਿਡ ਆ। ਇਹ ਨਹੀਂ ਦੇਖਣਾ ਕਿ ਉਹਦੇ ਖਿਲਾਫ ਕੁਝ ਨਹੀਂ ਮਿਲਿਆ, ਇਸ ਕਰਕੇ ਰਿਹਾ ਹੋ ਗਈ। ਔਰ ਕੋਰਟ ਨੇ ਵੀ ਇਹ ਕਿਹਾ ਹੈ ਨਾ, ਜਦੋਂ ਉਹਨਾਂ ਨੇ ਆਰਡਰ ਦਿੱਤੇ ਜੱਜ ਨੇ ਕਿ ਰਿਹਾ ਅਸੀਂ ਇਸ ਲਈ ਕਰ ਰਹੇ ਹਾਂ ਕਿਉਂਕਿ ਸਾਨੂੰ ਕੁਝ ਨਹੀਂ ਮਿਲਿਆ ਇਹਨਾਂ ਦੇ ਖਿਲਾਫ, ਤੇ ਸਿਰਫ ਇਸ ਵਾਸਤੇ ਇਸ ਕੇਸ ਨੂੰ ਡਰੈਗ ਕੀਤਾ ਜਾਏ ਕਿਉਂਕਿ ਇਹ ਸੈਲੀਬ੍ਰਿਟੀ ਹੈ, ਨੋਨ ਇਨਸਾਨ ਹੈ, ਇਹ ਵੀ ਫੇਅਰ ਨਹੀਂ ਹੈ। ਪਰ ਕਿਤੇ ਨਾ ਕਿਤੇ ਮੈਨੂੰ ਐਂ ਵੀ ਲੱਗਦਾ ਕਿ ਸੁਸ਼ਾਂਤ ਦੇ ਪਰਿਵਾਰ ਦਾ ਜਿਵੇਂ ਕੋਈ ਪਰਸਨਲ ਵੈਂਡੇਟਾ ਹੁੰਦਾ, ਐਂ ਲੱਗਦਾ ਕਿ ਉਹ ਸੈਟਿਸਫਾਈਡ ਨਹੀਂ ਹੈ, ਐਂ ਲੱਗਦਾ ਕਿ ਹੋਰ ਵੀ ਜ਼ਿਆਦਾ ਕਾਨੂੰਨੀ ਕਾਰਵਾਈ ਚਾਹੁੰਦੇ ਨੇ ਰੀਆ ਦੇ ਖਿਲਾਫ ਔਰ ਇਸ ਚੀਜ਼ ਨੂੰ ਪੁਸ਼ ਕਰ ਰਹੇ ਨੇ। ਜੀ, ਆਪਾਂ ਇਹ ਦੇਖੀਏ ਇਹਨੂੰ ਇੱਕ ਇਮੋਸ਼ਨਲ ਫੈਮਿਲੀ ਐਂਗਲ ਤੋਂ ਦੇਖੀਏ। ਉਹਨਾਂ ਦਾ ਪਰਿਵਾਰ ਹੈ, ਉਹਨਾਂ ਨੂੰ ਆਪਣਾ ਮੁੰਡਾ ਕਿਸੇ, ਉਹਨਾਂ ਨੂੰ ਆਪਣਾ ਭਰਾ ਭੈਣਾਂ ਨੂੰ ਉਹ ਇੱਕ ਹਾਲਾਤ 'ਚ ਮਿਲਿਆ ਜਿਹਦੀ ਖਬਰ ਉਹਨਾਂ ਨੂੰ ਨਹੀਂ ਸੀਗੀ, ਤੇ ਕਿਤੇ ਨਾ ਕਿਤੇ ਹੋ ਸਕਦਾ ਹੈ ਈਚ ਟੂ ਹਿਜ਼ ਓਨ, ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਪਤਾ ਹੈ ਕਿ ਰੀਆ ਨਾਲ ਉਹਨਾਂ ਦੇ ਸੰਬੰਧ ਕਿੱਦਾਂ ਦੇ ਸੀ। ਸੋ ਹੁਣ ਗੱਲ ਇਹ ਹੈ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਇਹ ਰਿਸਪੌਂਸਿਬਲ ਆ, ਸਾਨੂੰ ਪਤਾ ਨਹੀਂ ਲੱਗਿਆ। ਹੁਣ ਜਿਹੜਾ ਉਹ ਫੈਮਿਲੀ ਪਰਿਵਾਰਿਕ ਜਿਹੜਾ ਇਸ਼ੂ ਹੁੰਦਾ ਉਹ ਸਾਰਾ ਗਾਂ ਆ ਗਿਆ। ਹੁਣ ਉਹਨਾਂ ਨੂੰ ਲੱਗ ਰਿਹਾ ਵੀ ਨਹੀਂ ਸਾਨੂੰ ਤੁਸੀਂ ਹਜੇ ਵੀ ਜਸਟਿਸ ਨਹੀਂ ਮਿਲਿਆ। ਉਹ ਲਾਜ਼ਮੀ ਹੈ, ਤੁਸੀਂ ਇੱਕ ਫਾਦਰ ਵੱਲ ਵੇਖੋ, ਭੈਣਾਂ ਵੱਲ ਵੇਖੋ, ਉਹਨਾਂ ਨੂੰ ਲੱਗੂਗਾ ਕਿ ਨਹੀਂ ਜਸਟਿਸ ਨਹੀਂ ਮਿਲਿਆ। ਪਰ ਗੱਲ ਸਬੂਤਾਂ ਤੇ ਆ ਕੇ ਰੁਕਦੀ ਹੈ। ਜਿੱਥੇ ਆਪਾਂ ਪਿਕਚਰਾਂ 'ਚ ਵੀ ਦੇਖਿਆ ਵੀ ਕਾਨੂੰਨ ਸਬੂਤ ਮੰਗਦਾ, ਹੋਰ ਕੁਛ ਨਹੀਂ, ਤੇ ਸਬੂਤ ਇਸ ਵੇਲੇ ਇਹ ਹੈ ਕਿ ਇਹਨਾਂ ਦੇ ਖਿਲਾਫ
ਕੋਈ ਸਬੂਤ ਕੋਈ ਨਹੀਂ ਹੈਗਾ। ਸਬੂਤ ਨਹੀਂ ਮਿਲਿਆ। ਜੀ ਆਈ ਥਿੰਕ ਫੈਮਿਲੀ ਵਾਸਤੇ ਇੱਕ ਕਲੋਜ਼ਰ ਮਿਲਣਾ ਜ਼ਰੂਰੀ ਹੈ, ਜੀ ਅਦਰਵਾਈਜ਼ ਯੂ ਕੈਂਟ ਮੂਵ ਔਨ, ਹੂੰ ਕਿਉਂਕਿ ਜਿਸ ਤਰ੍ਹਾਂ ਇਹ ਡੈਥ ਹੋਈ ਹੈ ਜੀ ਸੁਸ਼ਾਂਤ ਦੀ, ਸਾਰੀ ਦੁਨੀਆ ਹਿਲ ਗਈ ਹੈ, ਹੂੰ ਹਨਾ। ਇਹ ਭਾਵੇਂ ਤੁਸੀਂ ਉਹਨਾਂ ਨੂੰ ਐਜ਼ ਐਨ ਐਕਟਰ ਐਡਮਾਇਰ ਕਰਦੇ ਸੀ, ਹੂੰ ਨਹੀਂ ਕਰਦੇ ਸੀ, ਇੱਕ ਅਜਿਹੀ ਕਹਾਣੀ ਹੈ ਜਿਸ ਦਾ ਸਾਰਿਆਂ ਉੱਤੇ ਅਸਰ ਹੋਇਆ ਜੀ ਔਰ ਬਿਲਕੁਲ ਸਾਰੇ ਇਫੈਕਟ ਹੋਏ ਨੇ ਹੂੰ ਇਸ ਦੇ ਨਾਲ। ਔਰ ਮੈਨੂੰ ਲੱਗਦਾ ਹੈ ਕਿਉਂਕਿ ਸਾਰਾ ਪਰਿਵਾਰ ਦੂਰ ਸੀ, ਹੂੰ ਸਾਰੇ ਦੂਰ ਦੂਰ ਰਹਿ ਰਹੇ ਸੀ, ਸੁਸ਼ਾਂਤ ਦੇ ਨਾਲ ਜੀ ਸਿਰਫ ਰੀਆ ਰਹਿ ਰਹੀ ਸੀ, ਜੀ ਸੋ ਜ਼ਾਹਿਰ ਹੈ ਕਿ ਐਂ ਲੱਗਦਾ ਹੋਣਾ ਕਿ ਪਰਿਵਾਰ ਨੂੰ ਕਿ ਸ਼ਾਇਦ ਜੇ ਕਲੋਜ਼ਰ ਮਿਲਣਾ ਹੈ ਤਾਂ ਇੱਥੋਂ ਹੀ ਮਿਲਣਾ ਹੈ, ਬਿਲਕੁਲ ਹਨਾ। ਬਿਲਕੁਲ ਦੈਟ ਕੁਡ ਬੀ ਦ ਰੀਜ਼ਨ। ਬਹੁਤ ਸਾਰੇ ਸੈਲੀਬ੍ਰਿਟੀਜ਼ ਜਿਹੜੇ ਨੇ ਹੂੰ ਉਹਨਾਂ ਨੇ ਟਵੀਟ ਵੀ ਕੀਤਾ ਹੂੰ ਸਪੋਰਟ ਦੇ ਵਿੱਚ, ਜੀ ਰੀਆ ਜੀ ਦੀ ਸਪੋਰਟ ਦੇ ਜੀ ਵਿੱਚ, ਵਿਚ ਇਜ਼ ਵੰਡਰਫੁਲ ਟੂ ਸੀ, ਕਿਉਂਕਿ ਕੈਂਪੇਨ ਤਾਂ ਚੱਲ ਹੀ ਰਹੀ ਸੀ। ਨਹੀਂ, ਪਰ ਆਇਰਨੀ ਇਹ ਹੈ ਕਿ ਸਪੋਰਟ ਬਹੁਤ ਘੱਟ ਲੋਕਾਂ ਬਹੁਤ ਨੇ, ਘੱਟ। ਉਹੀ ਜਿਹੜੇ ਸਵਰਾ ਭਾਸਕਰ ਔਰ ਇੱਕ ਦੇ ਨਾਮ ਹੈ ਹੋਰ ਹੈਗੇ ਨੇ, ਤਾਪਸੀ ਲੇਕਿਨ ਪੰਨੂ ਨੇ ਜੀ ਕੀਤਾ ਮੇਰੇ ਖਿਆਲ ਪਰ ਨਾਲ। ਬਾਕੀ ਜਿਹੜੀ ਇੰਡਸਟਰੀ ਹੈ ਉਹ ਤਾਂ ਹਜੇ ਵੀ ਚੁੱਪ ਹੈ। ਉਹਨਾਂ ਨੂੰ ਨਾ ਉਹਦੇ ਜਾਣ ਤੇ ਕੋਈ ਗੱਲ ਕਰਨੀ ਸੀ, ਕੋਈ ਟਿੱਪਣੀ ਕਰਨੀ ਸੀ, ਨਾ ਆਣ ਤੇ ਕਰਨੀ ਹੈ। ਸੋ ਗੱਲ ਸਟੇਟਮੈਂਟ ਜਿਹੜੀ ਆਉਂਦੀ ਉਹ ਰੀਆ ਦੇ ਵਕੀਲ ਵੱਲੋਂ ਹੀ ਆਈ ਹੈ ਕਿ ਸ਼ੀ ਇਜ਼ ਅ ਫਾਈਟਰ, ਉਹ ਆਊਗੀ, ਹੁਣ ਉਹ ਲੜੂਗੀ। ਉਹ ਜਦੋਂ ਜੇਲ੍ਹ 'ਚ ਸੀ ਉਦੋਂ ਵੀ ਉਹ ਆਪਣਾ ਧਿਆਨ ਰੱਖ ਰਹੀ ਸੀ, ਯੋਗਾ ਕਰ ਰਹੀ ਸੀਗੀ, ਬਿਲਕੁਲ। ਯੋਗਾ ਸਿਖਾ ਰਹੇ ਸੀ। ਸੋ ਮੈਨੂੰ ਲੱਗਦਾ ਗੱਲ ਮੈਮਰੀ ਦੀ ਵੀ ਆ ਜਾਂਦੀ। ਹੌਲੀ ਹੌਲੀ ਤੁਸੀਂ ਵੇਖਿਓ ਧਿਆਨ ਜਿਹੜਾ ਹੈ ਉਹ ਹੁਣ ਵੱਖਰੇ ਕੇਸਾਂ ਵੱਲ ਹੋ ਜਾਊਗਾ। ਜੀ ਹੌਲੀ ਹੌਲੀ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਗਾਂਹ ਆ ਜਾਣਗੀਆਂ ਤੇ ਇਹ ਕੇਸ ਤੁਸੀਂ ਵੇਖੋਗੇ ਆਉਣ ਵਾਲੇ ਟਾਈਮ 'ਚ ਹੌਲੀ ਹੌਲੀ ਕਿਤੇ ਨਾ ਕਿਤੇ ਪਿੱਛੇ ਹੁੰਦਾ ਜਾਊਗਾ। ਇੱਕ ਚੀਜ਼ ਮੈਂ ਡੈਫੀਨਿਟਲੀ ਐਡਮਾਇਰ ਵੀ ਕਰਦੀ ਹਾਂ, ਇੱਕ ਕੁੜੀ ਹੋਣ ਦੇ ਨਾਤੇ ਮੀਡੀਆ ਸਰਕਸ ਦੇ ਸੈਂਟਰ ਦੇ ਵਿੱਚ ਹੋਣਾ। ਸਾਰੀਆਂ ਨਜ਼ਰਾਂ ਤੁਹਾਡੇ ਉੱਤੇ ਟਿਕੀਆਂ ਹੋਈਆਂ ਨੇ, ਲੱਖਾਂ ਕਰੋੜਾਂ ਲੋਕਾਂ ਦੀਆਂ ਨਜ਼ਰਾਂ। ਤੁਹਾਨੂੰ ਸਾਰਿਆਂ ਨੇ ਆਲਰੇਡੀ ਮੁਜਰਮ ਕਰਾਰ ਕਰ ਦਿੱਤਾ। ਇਸ ਤੋਂ ਜੀ ਪਹਿਲਾਂ ਕਿ ਜੱਜ ਆਪਣਾ ਫੈਸਲਾ ਸੁਣਾਵੇ, ਅਦਾਲਤ ਆਪਣਾ ਫੈਸਲਾ ਸੁਣਾਵੇ, ਤੁਸੀਂ ਕਲਪਰੇਟ ਹੋ ਜੀ ਉਹਨਾਂ ਜੀ ਦੀਆਂ ਨਜ਼ਰਾਂ ਦੇ ਜੀ ਵਿੱਚ। ਉਸ ਦੇ ਬਾਵਜੂਦ ਇੰਨੀ ਹਿੰਮਤ ਦੇ ਨਾਲ 28 ਦਿਨਾਂ ਵਾਸਤੇ ਜੇਲ੍ਹ ਦੇ ਵਿੱਚ ਰਹਿਣਾ, ਔਰ ਉੱਥੇ ਉਹੀ ਜਿਹੜਾ ਵਕੀਲ ਦੀ ਤੁਸੀਂ ਗੱਲ ਕੀਤੀ ਕਿ ਵਕੀਲ ਕਹਿ ਰਹੇ ਕਿ ਉੱਥੇ ਯੋਗਾ ਸਿਖਾ ਰਹੀ ਹਾਂ ਸੀ, ਯੋਗਾ ਯੋਗਾ ਸਿਖਾ ਕਰ ਰਹੀ ਸੀ, ਜੀ ਬਹੁਤ ਪੋਜ਼ਿਟਿਵ ਸੀ। ਕਹਿੰਦੇ ਮੈਨੂੰ ਇਸ ਚੀਜ਼ ਦੀ ਬੜੀ ਹੈਰਾਨੀ ਹੋਈ ਕਿ ਉਹ ਬਹੁਤ ਪੋਜ਼ਿਟਿਵ ਹੈ। ਹੋ ਸਕਦਾ ਹੈ ਕਿ ਸਟਰੈਂਥ ਇੱਥੋਂ ਮਿਲੀ ਹੋਵੇ ਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਕੁਝ ਗਲਤ ਨਹੀਂ ਕੀਤਾ। ਹਾਂ ਇਹ ਵੀ ਹੁੰਦਾ, ਪਰ ਦੂਜੀ ਗੱਲ ਇਹ ਵੀ ਹੁੰਦੀ ਜਿਹੜੇ ਵਕੀਲ ਹੁੰਦੇ ਨੇ ਉਹਨਾਂ ਨੂੰ ਇਹ ਸਟੇਟਮੈਂਟਸ ਦੇਣੀਆਂ ਹੁੰਦੀਆਂ। ਹੋ ਸਕਦਾ ਉਹ ਉੱਥੇ ਟੁੱਟ ਵੀ, ਕਿਉਂਕਿ ਤੁਸੀਂ ਆਹ ਵੇਖੋ ਨਾ, ਜੇ ਤੁਸੀਂ ਮਤਲਬ ਅਸੀਂ ਤਾਂ ਸਿਰਫ ਇਮੇਜਿਨ ਕਰ ਸਕਦੇ, ਤੁਸੀਂ ਬਿਲਕੁਲ ਫਿਲਮਾਂ 'ਚ ਵੇਖ ਸਕਦੇ ਹੋ, ਸੁਣ ਸਕਦੇ ਹੋ, ਪਰ ਜਦੋਂ ਜੇਲ੍ਹ 'ਚ ਗਈ ਇੱਦਾਂ ਨਹੀਂ ਹੁੰਦਾ ਵੀ ਜਾਂਦੇ ਸਾਰ ਬੰਦਾ ਯੋਗਾ ਕਰਨੀ ਸ਼ੁਰੂ ਕਰ ਦਿੰਦਾ। ਕਿਉਂਕਿ ਐਗਜ਼ੈਕਟਲੀ ਮੈਂ ਹੁਣ ਮੈਡੀਟੇਸ਼ਨ ਸੈਂਟਰ 'ਚ ਤਾਂ ਉਹ ਆਏ ਨਹੀਂ ਸੀਗੇ। ਕਿਸੇ ਨਾਰਮਲ ਇਨਸਾਨ ਵਾਸਤੇ ਇਸ ਚੀਜ਼ ਤੋਂ ਲੰਘਣਾ ਇਟਸ ਇੱਦਾਂ ਨਾਟ ਨਹੀਂ ਈਜ਼ੀ। ਹੈ, ਉਹ ਹੁੰਦਾ। ਹੁਣ ਤੁਸੀਂ ਦੇਖੋ ਸੰਜੇ ਦੱਤ ਜਦੋਂ ਜੇਲ੍ਹ ਗਏ ਸੀ, ਲੋਕਾਂ ਨੇ ਮੂਵੀ 'ਚ ਵੇਖਿਆ, ਪਰ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਬਹੁਤ ਸਮਾਂ ਉਹ ਇਸ ਗੱਲ ਤੇ ਸਟਰਗਲ ਕਰਦੇ ਰਹੇ ਕਿ ਅੱਛਾ ਮੈਂ ਨਿਕਲ ਜਾਵਾਂਗਾ, ਅੱਜ ਨਹੀਂ ਤਾਂ ਕੱਲ, ਅੱਜ ਨਹੀਂ ਤਾਂ ਕੱਲ, ਨੋ ਰਾਈਟ। ਉਹ ਜਿਹੜੀ ਹੁੰਦੀ ਆ ਵੇਟ, ਉਡੀਕ, ਇਹਨਾਂ ਲਈ ਤੇ ਉਹ ਉਡੀਕ ਮੈਨੂੰ ਲੱਗਦਾ ਫਿਰ ਵੀ ਥੋੜੀ ਸੀ। ਬਟ ਹੈਵਿੰਗ ਸੈਡ ਦੈਟ, ਹਾਂ ਬਿਲਕੁਲ ਉਹਨਾਂ ਬੜੀ ਹਿੰਮਤ ਨਾਲ ਉੱਥੇ ਰਹੇ ਨੇ। ਕਿੱਦਾਂ ਰਹੇ ਉਹੀ ਜਾਣਦੇ। ਐਗਜ਼ੈਕਟਲੀ। ਪਰ ਮੈਨੂੰ ਹੁਣ ਇਹ ਲੱਗਦਾ ਹੈ ਕਿ ਬਸ ਹੁਣ ਇਹ ਕੇਸ ਹੌਲੀ ਹੌਲੀ ਅੰਡਰ ਦ ਰੈਪਸ ਇਟਸ ਰਫਾ ਗੋਇੰਗ ਟੂ ਦਫਾ ਹੋਣ ਵਾਲਾ ਫੇਡ ਅਵੇ। ਜੀ ਹਾਂ, ਕੰਗਨਾ ਉੱਤੇ ਸਵਰਾ ਨੇ ਥੋੜਾ ਜਿਹਾ ਇਨਡਾਇਰੈਕਟਲੀ ਹਾਂ ਨਿਸ਼ਾਨਾ ਆਈ ਗੈਸ ਤਾਨਿਆ, ਕਿਉਂਕਿ ਸਵਰਾ ਕਹਿੰਦੇ ਕਿ ਹੁਣ ਤਾਂ ਮਤਲਬ ਸ਼ੀ ਇਜ਼ ਆਊਟ। ਤੇ ਹੁਣ ਜਿਹੜੇ ਲੋਕਾਂ ਨੇ ਦੋਸ਼ ਲਾਏ ਸੀ ਉਹ ਕੀ ਕਹਿਣਗੇ? ਕਿਹੜੇ ਲੋਕਾਂ ਨੇ ਦੋਸ਼ ਲਾਏ ਸੀ? ਸਭ ਤੋਂ ਪਹਿਲਾਂ ਤਾਂ ਕੰਗਨਾ ਨੇ ਹੀ ਲਾਏ ਸੀ। ਕੰਗਨਾ ਸੀਗੀ, ਬਟ ਹੁਣ ਉਹੀ ਚੱਲ ਰਿਹਾ ਟਵਿੱਟਰ ਤੇ ਹੈਸ਼ਟੈਗ ਕੰਗਨਾ ਅਵਾਰਡ ਵਾਪਸ ਕਰ, ਕਿਉਂਕਿ ਕੰਗਨਾ ਨੇ ਕਿਹਾ ਸੀਗਾ ਕਿ ਜੇ ਇਹ ਸੁਸਾਈਡ ਨਿਕਲਿਆ ਤੇ ਮੈਂ ਆਪਣਾ ਜਿਹੜਾ ਨੈਸ਼ਨਲ ਅਵਾਰਡ ਹੈ ਉਹ ਮੈਂ ਵਾਪਸ ਕਰ ਦਾਂਗੀ। ਅੱਛਾ। ਤੇ ਹੁਣ ਉਹ ਸੁਸਾਈਡ ਨਹੀਂ ਹੈ, ਸੋ ਹੁਣ ਟਵਿੱਟਰ ਤੇ ਟ੍ਰੈਂਡਿੰਗ ਹੈ ਵੀ ਆਪਣਾ ਅਵਾਰਡ ਵਾਪਸ ਕਰੋ। ਬਟ ਹੁਣ ਕੰਗਨਾ ਇੰਨੀ ਛੇਤੀ ਥੋੜਾ ਵੀ ਆ ਲਓ ਅਵਾਰਡ। ਉਹਨੇ ਕਿਹਾ ਜਾਓ ਜੀ ਵੀਡੀਓ ਦੇਖੋ ਵਾਪਸ, ਮੈਂ ਇਦਾਂ ਦਾ ਨਹੀਂ ਕਿਹਾ ਸੀ, ਮੈਂ ਕੁਝ ਹੋਰ ਕਿਹਾ ਸੀ। ਅੱਛਾ। ਸੋ ਇਹਨਾਂ ਦਾ ਤਾਂ ਚੱਲੀ ਜਾਣਾ। ਮੈਨੂੰ ਲੱਗਦਾ ਕੰਗਨਾ ਉਸ ਵੇਲੇ ਵਿਹਲੀ ਸੀ, ਹੁਣ ਉਹਨੂੰ ਤੁਹਾਨੂੰ ਪਤਾ ਹੁਣ ਹੈ busy ਲਾਸਟ ਹੋ ਗਏ। ਟਾਈਮ ਹੁਣ ਸਾਰੇ ਬਿਜ਼ੀ ਹੋ ਗਏ। Yeah. ਮੈਨੂੰ ਲੱਗਦਾ ਹੁਣ ਕਿਸੇ ਕੋਲੇ ਸਮਾਂ ਨਹੀਂ ਹੋਣਾ ਕਿ ਅਸੀਂ ਇਹ ਸਭ ਕਰੀਏ। ਸਾਰਿਆਂ ਨੇ ਪੈਸੇ ਕਮਾਉਣੇ ਆ, ਆਫਟਰ ਆਲ ਐਕਟਰੈਸ ਹੈ, ਐਕਟਰ ਨੇ, ਸੈਲੀਬ੍ਰਿਟੀ ਨੇ, ਖਰਚੇ ਚੱਕਣੇ ਇਹਨਾਂ ਨੇ ਵੀ। ਇਹ ਹੋ ਗਿਆ ਜਿੰਨਾ ਹੋਣਾ ਸੀ। ਮੈਨੂੰ ਇਹ ਵੀ ਲੱਗਦਾ ਹੈ ਕਿ ਦ ਰੀਜ਼ਨ ਆਈ ਥਿੰਕ ਯੂ ਰਾਈਟ ਕਿ ਸਾਰਿਆਂ ਦੀ ਅਟੈਂਸ਼ਨ ਇਸ ਕੇਸ ਵੱਲ ਸ਼ਾਇਦ ਇਸ ਲਈ ਵੀ ਸੀ ਕਿਉਂਕਿ ਵਿਹਲੇ ਸੀ ਸਾਰੇ। ਜੀ ਬਿਲਕੁਲ, ਹਨਾ, ਕਿਉਂਕਿ ਫਿਲਮਾਂ ਦੇ ਵਿੱਚ ਉਹਨਾਂ ਰੁਝਾਨ ਨਹੀਂ ਸੀ, ਫਿਲਮਾਂ ਸ਼ੂਟ ਨਹੀਂ ਸੀ ਹੋ ਰਹੀਆਂ, ਸ਼ੋਜ਼ ਸ਼ੂਟ ਨਹੀਂ ਸੀ ਹੋ ਰਹੇ। ਪਰ ਹੁਣ ਰੈਸਟ ਜਿਹੜਾ ਸਲਮਾਨ ਖਾਨ ਕਰ ਰਹੇ ਸੀ ਆਪਣੇ ਫਾਰਮ ਹਾਊਸ ਤੇ, ਉਹ ਖਤਮ ਹੋ ਗਿਆ। ਉਹ ਰੈਸਟ ਨਹੀਂ ਕਰ ਰਹੇ ਸੀ, ਸਭ ਨੂੰ ਹੀ ਅਨਰੈਸਟ ਕੀਤਾ ਹੋਇਆ ਸੀ। ਆਪਣੇ ਗਾਣੇ ਕੱਢ ਕੇ, ਆਪਣੀ ਵੀਡੀਓਜ਼ ਬਣਾ ਕੇ, ਸਿੰਗਲ ਟਰੈਕ ਆਪ ਹੀ ਲਿਖਿਆ, ਆਪ ਹੀ ਗਾਣਾ, ਆਪ ਹੀ ਸ਼ੂਟ ਕੀਤਾ। ਕ੍ਰੀਏਟੀਵਿਟੀ ਸਾਰੀ ਕੱਢਣੀ ਆ ਨਾ ਫਿਰ। ਜੋ ਉਹਨਾਂ ਨੇ ਲੋਕਡਾਊਨ ਦੇ ਟਾਈਮ ਸਾਰਿਆਂ ਨੂੰ ਲੌਕ ਕਰਕੇ ਰੱਖਿਆ ਦਿਮਾਗਾਂ ਨੂੰ, ਐਗਜ਼ੈਕਟਲੀ, ਉਹ ਹੁਣ ਵਾਪਸ ਕੰਮ ਤੇ ਲੱਗ ਗਏ। ਅੱਛਾ, ਸਲਮਾਨ ਖਾਨ ਇੱਕ ਅਜਿਹੀ
ਸ਼ਖਸੀਅਤ ਉਹਨਾਂ ਨੂੰ ਤੁਸੀਂ ਨਾ ਵੀ ਨਹੀਂ ਕਰ ਸਕਦੇ ਜੇ ਉਹਨਾਂ ਨੇ ਇਹੋ ਜਿਹੀ ਕੋਈ ਵੀਡੀਓ ਬਣਾਈ ਹੈ ਫਿਰ ਸਾਰਿਆਂ ਨੂੰ ਸ਼ੇਅਰ ਵੀ ਕਰਨੀ ਪੈਂਦੀ ਹੈ ਨਾ। ਬਿਲਕੁਲ, ਉਹਨਾਂ ਨੂੰ ਆਪ ਨੂੰ ਵੀ ਸ਼ੇਅਰ ਕਰਨੀ ਪੈਂਦੀ ਹੈ ਤੇ ਲੋਕਾਂ ਨੂੰ ਮੱਲੋ ਮੱਲੀ ਵੇਖਣੀ ਵੀ ਪੈਂਦੀ ਹੈ ਕਿ ਵਾਹ ਵੀ ਕਰਨੀ ਪੈਂਦੀ ਹੈ। ਬਿਲਕੁਲ ਹਾਂ, ਪਰ ਮੱਲੋ ਮੱਲੀ ਲੋਕੀ ਦੇਖ ਰਹੇ ਨੇ ਬਿਗ ਬੌਸ ਵਾਂਸ ਅਗੇਨ। ਜੀ ਮੈਂ ਦੇਖ ਰਹੀ ਹਾਂ। ਅਮੇਜ਼ਿੰਗ। ਮੈਨੂੰ ਇਸ ਸ਼ੋਅ ਦੀ ਕਾਮਯਾਬੀ ਦੀ ਬਹੁਤ ਹੈਰਾਨੀ ਹੈ ਜੈਸਮਨ, ਆਲ ਬੀ ਓਨੈਸਟ। ਮੈਂ ਕੋਸ਼ਿਸ਼ ਕੀਤੀ 2-3 ਸੀਜ਼ਨ ਪਹਿਲਾਂ ਸ਼ਾਇਦ ਇੱਕ ਅੱਧਾ ਐਪੀਸੋਡ ਦੇਖਣ ਦੀ, ਮੈਨੂੰ ਤਾਂ ਐਂਗਜ਼ਾਇਟੀ ਹੋਣ ਲੱਗ ਗਈ। ਬਸ ਐਂਗਜ਼ਾਇਟੀ ਠੀਕ ਕਰਨ ਦਾ ਇਲਾਜ ਹੈ। ਤੁਹਾਨੂੰ ਪਤਾ ਮੈਂ ਤੈਨੂੰ ਮੈਨੂੰ ਫਰਸਟ ਸੀਜ਼ਨ ਤੋਂ ਫੋਲੋ ਕਰ ਰਹੀ। ਅੱਛਾ। ਸੋ ਉਸ ਤੋਂ ਬਾਅਦ ਤੋਂ ਮੈਂ ਸਾਈਕੋਲੋਜਿਸਟ ਨੂੰ ਪੁੱਛਿਆ। ਸੋ ਸਟੋਰੀ ਲਿਖਣੀ ਹੁੰਦੀ ਹੈ, ਜਦੋਂ ਤੁਸੀਂ ਲਿਖਦੇ ਹੋ ਤੇ ਤੁਸੀਂ ਉਹ ਪਹਿਲੂ ਵੀ ਲੈਂਦੇ ਹੋ ਵੀ ਇਹਦੇ 'ਚ ਇੰਨਾ ਰੌਲਾ ਰੱਪਾ, ਲੜਾਈ, ਮਡ ਸਲਿੰਗਿੰਗ ਹੈ ਨਾ, ਇੰਨਾ ਕੁਛ ਆ, ਫਿਰ ਵੀ ਪਸੰਦ ਆਉਂਦਾ ਕਿਉਂ? ਮੈਨੂੰ ਸਾਈਕੋਲੋਜਿਸਟ ਨੇ ਦੱਸਿਆ ਕਿ ਗੱਲ ਇਹ ਹੁੰਦੀ, ਤੁਹਾਡੇ ਆਪਣੇ ਜਿਹੜੇ ਇਮੋਸ਼ਨਸ ਹੁੰਦੇ ਪੈਂਟ ਅਪ ਹੈ ਨਾ, ਤੁਹਾਨੂੰ ਵੀ ਗੁੱਸਾ ਆਉਂਦਾ ਹੋਣਾ, ਮੈਨੂੰ ਵੀ ਆਉਂਦਾ, ਪਰ ਕੀ ਆ ਉਹ ਮੂੰਹ ਤੇ ਸਾਨੂੰ ਚੰਗੇ ਵੀ ਬਣਨਾ ਹੁੰਦਾ ਹੈ ਨਾ, ਸਾਨੂੰ ਰੋਣਾ ਵੀ ਆਉਂਦਾ, ਸਾਨੂੰ ਵੀ ਕਈ ਵਾਰ ਇੱਕ ਅੱਧੀ ਰੋਟੀ ਘੱਟ ਹੋ ਜਾਵੇ ਤੇ ਸਾਨੂੰ ਵੀ ਐਂ ਹੁੰਦਾ ਵੀ ਹੁਣ ਖਾ ਜਾਈਏ, ਮਾਰ ਜਾਈਏ ਕਿਸੇ ਨੂੰ, ਘਰੇ ਜਾ ਕੇ ਰੋਟੀ ਨਾ ਮਿਲੇ ਕਈ ਵਾਰ ਤਾਂ ਵੀ ਹੁੰਦਾ। ਜਿਹੜੀਆਂ ਇਮੋਸ਼ਨਸ ਤੁਸੀਂ ਡੀਲ ਕਰਦੇ ਹੋ ਜਦੋਂ ਤੁਸੀਂ ਉਹ ਸਕਰੀਨ ਤੇ ਵੇਖਦੇ ਹੋ ਨਾ, ਕਿਸੇ ਹੋਰ ਨੂੰ ਕਰਦੇ ਹੋ, ਤੁਸੀਂ ਆਪਣੇ ਆਪ ਨੂੰ ਉੱਥੇ ਟਰਾਂਸਪੋਰਟ ਕਰ ਲੈਂਦੇ ਹੋ। ਅੱਛਾ। ਤੁਹਾਨੂੰ ਐਂ ਲੱਗਦਾ ਵੀ ਇਹ ਮੈਂ, ਔਰ ਤੁਹਾਨੂੰ ਪਤਾ ਹੁੰਦਾ ਮੈਂ ਇਹਦੇ ਕੇਪੇਬਲ ਹਾਂ, ਮੈਂ ਇੱਕ ਸਕਰਟ ਪਿੱਛੇ ਲੜਨ ਦੇ ਕੇਪੇਬਲ ਹਾਂ, ਮੈਂ ਸਬਜ਼ੀ ਪਿੱਛੇ ਲੜਨ ਦੇ ਵੀ ਕੇਪੇਬਲ ਹਾਂ, ਅਸੀਂ ਸਾਰਿਆਂ 'ਚ ਹੁੰਦਾ ਹੈ। ਉਹ ਜਿਹੜਾ ਸਕਰੀਨ ਤੇ ਵੇਖਣਾ ਹੈ ਨਾ, ਉਹ ਤੁਹਾਡਾ ਆਪ ਦਾ ਸਾਰਾ ਕੁਛ ਬਾਹਰ ਆਉਂਦਾ। ਤਾਂ ਕਰਕੇ ਇਹੋ ਜਿਹੇ ਸ਼ੋਅ, ਜਿੰਨੇ ਵੀ ਰਿਐਲਿਟੀ ਸ਼ੋਅ ਜਿਹ 'ਚ ਗਾਲਾਂ ਹੁੰਦੀਆਂ, ਲੋਕੀ ਲੜਦੇ ਨੇ ਰੋਟੀਆਂ ਪਿੱਛੇ, ਵਾਸ਼ਰੂਮ ਜਾਣ ਪਿੱਛੇ, ਇਹ ਬਹੁਤ ਸਕਸੈਸਫੁਲ ਹੁੰਦਾ। ਇੰਟਰਸਟਿੰਗ। ਇਟਸ ਆਈ ਥਿੰਕ ਹਿਊਮਨ ਸਾਈਕੀ ਵੀ ਹੈ, ਕਿਤੇ ਨਾ ਕਿਤੇ ਇੱਕ ਤਸੱਲੀ ਵੀ ਮਿਲ ਜਾਂਦੀ ਹੈ ਕਿ ਤੁਸੀਂ ਜਦੋਂ ਗੁੱਸਾ ਕਰਦੇ ਹੋ ਫੋਰ ਐਗਜ਼ਾਮਪਲ, ਤਾਂ ਤੁਹਾਨੂੰ ਆਪਣੇ ਆਪ ਤੇ ਨਾ ਇੱਕ ਗਿਲਟ ਵੀ ਮਹਿਸੂਸ ਹੁੰਦੀ ਹੈ ਵੀ ਕਿਉਂ ਮੈਂ ਇੱਦਾਂ ਕਿਉਂ ਕਿਹਾ, ਜਾਂ ਮੇਰੇ ਮੂੰਹ 'ਚੋਂ ਇਹ ਗੱਲ ਕਿਉਂ ਨਿਕਲੀ, ਜਾਂ ਮੈਂ ਕਿਉਂ ਰੋਈ। ਤੇ ਆਲ ਆਫ ਅ ਸਡਨ ਜਦੋਂ ਤੁਸੀਂ ਹੋਰਾਂ ਨੂੰ ਦੇਖਦੇ ਹੋ ਨਾ, ਜੋ ਤੁਹਾਡੇ ਤੋਂ ਵੀ ਅੱਗੇ ਵਧੇ ਹੋਏ ਆ, ਇੱਕ ਦੂਜੇ ਨੂੰ ਗਾਲੀ ਗਲੋਚ ਕਰ ਰਹੇ ਹੈ, ਸਭ ਕੁਝ ਦੇਖਿਆ, ਨਾਲੇ ਉਹਦੇ ਪੈਸੇ ਮਿਲ ਰਹੇ ਆ, ਗਾਲੀ ਦੇਣ ਦੇ ਤੁਹਾਨੂੰ ਪੈਸੇ ਮਿਲਦੇ ਆ, ਤੁਹਾਨੂੰ ਰੋਟੀ ਘੱਟ ਖਾਣ ਦੇ ਪੈਸੇ ਮਿਲ ਰਹੇ ਆ, ਜੇ ਲੋਕੀ ਤੁਹਾਨੂੰ ਵੇਖ, ਹੁਣ ਤੁਸੀਂ ਆਹ ਵੇਖੋ ਪਰ ਐਪੀਸੋਡ ਜੇ ਤੁਹਾਨੂੰ ਕੋਈ 5 ਲੱਖ ਦੇ ਰਿਹਾ ਪਰ ਐਪੀਸੋਡ ਹੈ ਨਾ, 5 ਤੋਂ ਲੈ ਕੇ 15 ਲੱਖ ਦਿੱਤਾ। ਕਿੰਨੇ ਦਿਨਾਂ ਵਾਸਤੇ ਰਹਿੰਦੇ ਆ ਇਹ ਹੁੰਦੇ ਫॉर 21 ਡੇਜ਼। ਅੱਛਾ, 21 ਦਿਨਾਂ ਵਾਸਤੇ ਤੁਸੀਂ 10-12 ਜਾਣੇ ਇੱਕੋ ਘਰ ਦੇ ਅੰਦਰ ਲੌਕਡ ਅਪ। ਜੀ ਜੀ, ਇਟਸ ਅਨਬਲੀਵੇਬਲ। ਹਾਂ, ਮਤਲਬ ਫਰਸਟ ਸੀਜ਼ਨ ਇਨਕਰੀਜ਼ ਹੋਇਆ ਸੀ, ਫਿਰ ਆਈ ਥਿੰਕ ਵਿਚ ਜੀ ਸੀਜ਼ਨ 'ਚ ਇਹਨਾਂ ਨੇ ਟਾਈਮ ਵੀ ਇਨਕਰੀਜ਼ ਕਰਤਾ ਸੀ। ਅੱਛਾ, ਦੇ ਹੈਡ ਇਨਕਰੀਜ਼ ਦ ਟਾਈਮ। ਦੀਵਾਲੀ ਤੋਂ ਬਾਅਦ ਤੱਕ ਇਹ ਚੱਲਦਾ ਰਹਿੰਦਾ, ਮੈਨੂੰ ਇੰਨਾ ਪਤਾ ਆ। ਸੋ ਉਦੋਂ ਤੱਕ ਰਹਿੰਦੇ ਹਰ ਐਪੀਸੋਡ 'ਚ ਇਹਨਾਂ ਦੀ ਸੈਲੀਬ੍ਰਿਟੀ ਦੀ ਨਾ ਉਹ ਹੁੰਦੀ ਹੈ, ਜਿਹੜਾ ਜਿੰਨਾ ਪੋਪੂਲਰ ਹੈ ਉਹਨੂੰ ਉਹਨੇ ਪੈਸੇ ਦਿੰਦੇ। ਸੋ ਕਈ ਕਿਸੇ ਨੂੰ 10 ਵੀ ਮਿਲਦੇ ਆ, 5 ਵੀ, 15 ਲੱਖ ਵਾਲੇ ਵੀ। ਹੁਣ ਤੁਸੀਂ ਆਹ ਦੇਖੋ, 15 ਲੱਖ ਵਾਲਾ ਰੋਜ਼ ਦਾ ਕਮਾ ਰਿਹਾ, ਬਿਲਕੁਲ ਗਾਲਾਂ ਦੇਣੀਆਂ ਨੇ, ਰੋਟੀ ਪਿੱਛੇ ਲੜਨਾ, ਸੌਖਾ ਕੰਮ, ਸੌਣ ਵੇਲੇ ਕਿਤੇ ਲੜ ਲਿਆ, ਸਵੇਰੇ ਉੱਠ ਕੇ ਲੜ, ਬਸ ਲੜਨਾ ਹੈ। ਆਈ ਵੰਡਰ ਕਿ ਕਿੰਨਾ ਇਹਦੇ ਵਿੱਚ ਰਿਐਲਿਟੀ ਟੈਲੀਵਿਜ਼ਨ ਹੈ ਤੇ ਕਿੰਨਾ ਸਕ੍ਰਿਪਟਡ ਵੀ ਹੈ। ਸਕ੍ਰਿਪਟਡ ਇਨ ਦ ਸੈਂਸ ਕਿ ਤੁਸੀਂ ਇਹਨਾਂ ਸਾਰਿਆਂ ਨੂੰ, ਕੰਟੈਸਟੈਂਟਸ ਨੂੰ ਲੈ ਕੇ ਆਏ ਤੇ ਤੁਸੀਂ ਡਿਸਾਈਡ ਕੀਤਾ ਉਹਨਾਂ ਦੀ ਪਰਸਨੈਲਿਟੀ ਦੇ ਹਿਸਾਬ ਨਾਲ ਵੀ ਤੂੰ ਲੜਾਕਾ ਕਿਰਦਾਰ ਹੋਣਾ, ਤੂੰ ਪੇਸ਼ੈਂਟ ਹੋਣਾ, ਜਿਹੇ ਜਿਹੇ ਉਹ ਸੀਗੇ ਗੌਹਰ ਖਾਨ ਜਿਹਨਾਂ ਨੂੰ ਗੁੱਸਾ ਨਹੀਂ ਆਉਂਦਾ, ਐਂਡ ਸ਼ੀ ਇਜ਼ ਵੈਰੀ ਕਾਮ ਐਂਡ ਕੰਪੋਜ਼ਡ। ਪਰ ਇਸ ਸ਼ੋਅ ਨੇ ਕਰੀਅਰ ਕਿੰਨੇ ਬਦਲ ਦਿੱਤੇ ਆ, ਕਿੰਨੀ ਪੋਪੂਲੈਰਿਟੀ ਵਧੀ ਹੈ, ਜਿਹੜੇ ਲੋਕਾਂ ਨੂੰ ਕੋਈ ਜਾਣਦਾ ਵੀ ਨਹੀਂ ਸੀ ਜਾਂ ਥੋੜੇ ਲੋਕ ਜਾਣਦੇ ਸੀ, ਆਲ ਆਫ ਅ ਸਡਨ ਇਸ ਸ਼ੋਅ ਕਰਕੇ ਬਹੁਤ ਪੋਪੂਲੈਰਿਟੀ ਮਿਲੀ ਹੈ। ਹਾਂ, ਲੇਕਿਨ ਉਹ ਸ਼ੋਅ ਕਰਨ ਤੋਂ ਬਾਅਦ ਉਹ ਕਿਤੇ ਨਹੀਂ ਰਹਿੰਦੇ, ਉਹ ਪਤਾ ਨਹੀਂ ਉਸ ਤੋਂ ਬਾਅਦ ਉਹ ਕਿਤੇ ਗੁੰਮ ਜਾਂਦੇ ਨੇ। ਹਾਂ, ਉਹਦੇ ਦੌਰਾਨ ਉਹਨਾਂ ਨੂੰ ਬਹੁਤ ਪੋਪੂਲੈਰਿਟੀ ਮਿਲਦੀ ਹੈ। ਪਰ ਤਰਨਮ, ਦੇਖਣ ਵਾਲੀ ਗੱਲ ਇਹ ਹੈ ਕਿ ਇਹ ਲੋਕ ਚੁਣ ਕੇ ਕੰਟੈਸਟੈਂਟਸ ਉਹੀ ਲਿਆਉਂਦੇ ਨੇ ਜਿਹੜੇ ਇੰਟਰਸਟਿੰਗ, ਕੰਪੈਟੇਬਲ ਨਹੀਂ ਹੈ। ਹੁਣ ਜੇ ਮੰਨ ਲਓ ਆਪਾਂ ਦੋਨਾਂ ਦੀ ਬਹੁਤ ਬਣਦੀ ਹੈ, ਉਹ ਸਾਨੂੰ ਘਰ 'ਚ ਨਹੀਂ ਪਾਉਣਗੇ। ਜਿਹਦੀ ਨਹੀਂ ਬਣਦੀ, ਜੇ ਉਹ ਸਟੱਡੀ ਕਰਦੇ ਨੇ ਤੁਹਾਨੂੰ ਵੀ ਤੁਹਾਡੀ ਇਹਦੇ ਨਾਲ ਲੜਾਈ ਸੀਗੀ, ਇਹਦੇ ਨਾਲ ਸੀਗੀ, ਉਹ ਉਹਨਾਂ ਨੂੰ ਲੈ ਕੇ ਆਉਂਦੇ ਜਿਹੜੇ ਤੁਹਾਡਾ ਕੰਟਰਾਸਟ ਗਾਂ ਤੁਹਾਡੇ ਖੜੇ ਹੋ ਜਾਏ। ਦੈਟ ਮੇਕਸ ਇੰਟਰਸਟਿੰਗ ਟੈਲੀਵਿਜ਼ਨ। ਪਾਰਟੀ ਥੋੜਾ ਕਰਨੀ, ਉਹਨਾਂ ਨੇ ਲੜਾਉਣਾ ਹੈ ਤੁਹਾਨੂੰ, ਉਹਨਾਂ ਨੇ ਗਾਲੀਆਂ ਕੱਢਣੀਆਂ ਹੈ, ਗਾਲਾਂ ਦੇਣੀਆਂ ਇੱਕ ਦੂਜੇ ਨੂੰ। ਉਹ ਤਾਂ ਹੁੰਦਾ ਜਦੋਂ ਤੁਹਾਡੀ ਬਣਦੀ ਨਹੀਂ ਆਪਸ 'ਚ। ਅੱਛਾ, ਔਰ ਮੈਨੂੰ ਇਹ ਵੀ ਪਤਾ ਕਿ ਸਾਡੇ ਲਿਸਨਰਸ ਵੀ ਬਿਗ ਬੌਸ ਬਹੁਤ ਰੀਝਾਂ ਨਾਲ ਦੇਖਦੇ। ਸੋ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਮੈਨੂੰ ਲੱਗਦਾ ਮੈਨੂੰ ਹੋਮਵਰਕ ਕਰਕੇ ਦੇਖਣਾ ਪੈਣਾ, ਜੇ ਇਹਦੇ ਬਾਰੇ ਗੱਲ ਕਰਨੀ ਹੈ ਮਜਬੂਰਨ। ਬਿਲਕੁਲ ਦੇਖਣਾ ਪੈਣਾ, ਕਿਉਂਕਿ ਮੈਂ ਰਾਤੀ ਸੌਣ ਤੋਂ ਪਹਿਲੇ ਮੈਨੂੰ ਐਂ ਹੁੰਦਾ ਵੀ ਚਲੋ ਹੁਣ ਨੀਂਦ ਆ ਰਹੀ ਹੈ, ਸਵੇਰੇ ਜਾਣਾ ਵੀ ਹੈ, ਪਰ ਐਪੀਸੋਡ ਵੇਖ ਲੈਂਦੇ ਆ। ਐਪੀਸੋਡ ਦੇਖੇ ਬਿਨਾਂ ਫਿਰ ਐਂ ਜੇ ਇੱਦਾਂ ਹੁੰਦਾ ਵੀ ਐ ਨਹੀਂ ਹੈ ਕਿ ਵੀ ਮੈਂ ਆਪਣੇ ਆਪ ਨੂੰ ਕਿਤੇ ਪਾਇਆ ਹੁੰਦਾ, ਸਾਡਾ ਕੰਮ ਵੀ ਹੈ, ਸਾਨੂੰ ਆ ਕੇ ਗੱਲ ਕਰਨੀ ਹੁੰਦੀ ਹੈ ਕਿ ਕੌਣ ਕਿੱਥੇ ਖੜਿਆ, ਪਤਾ ਹੋਣਾ ਚਾਹੀਦਾ। ਕੱਲ ਕੋਈ ਕਹਿ ਦੇਵੇ ਤੁਹਾਨੂੰ ਪਤਾ ਵੀ ਸ਼ਹਿਜ਼ਾਦ ਦਿਓਲ ਤੇ ਅਗਲੇ ਤੁਸੀਂ ਉਹਦੇ ਮੂੰਹ ਵੱਲ ਝਾਕੀ ਜਾਓ। ਸੱਚੀ ਉਹੀ ਗੱਲ ਹੈ, ਹੋਮਵਰਕ ਕਰਕੇ ਕਰਨਾ ਪੈਂਦਾ। ਜਿਵੇਂ ਮਾੜੀਆਂ ਚੰਗੀਆਂ ਫਿਲਮਾਂ ਸਾਰੀਆਂ ਆਪਾਂ ਦੇਖੀਆਂ ਨਾ ਆਪਣੇ ਕਰੀਅਰਸ ਦੇ ਵਿੱਚ, ਉਹ ਸਾਰਾ ਕੁਛ ਕਰਨਾ ਪੈਂਦਾ। ਪਰ ਇਸ ਵਾਰ ਦੇ ਜਿਹੜੇ ਕੰਟੈਸਟੈਂਟਸ ਨੇ ਉਹ ਕੌਣ ਨੇ? ਇਸ ਵਾਰ ਜਿਹੜੇ ਸਭ ਤੋਂ ਪੰਜਾਬ ਦਾ ਰਿਪਲੇਸਮੈਂਟ ਗੱਲ ਕਰੀਏ ਤੇ ਲਾਸਟ ਟਾਈਮ ਸੀ ਸ਼ਹਿਨਾਜ਼ ਗਿੱਲ,
ਇਸ ਵਾਰ ਨੇ ਸਾਰਾ ਗੁਰਪਾਲ that's ਤੇ right. ਨਾਲ ਨੇ ਸ਼ਹਿਜ਼ਾਦ ਦਿਓਲ। ਅੱਛਾ, ਸ਼ਹਿਜ਼ਾਦ ਦਿਓਲ ਕੌਣ ਹੈ? ਇਹ ਜੀ ਰਿਐਲਿਟੀ ਟੀਵੀ ਸਟਾਰ ਨੇ। ਅੱਛਾ। ਤੇ ਇਹਨਾਂ ਨੇ ਪਹਿਲੇ 2 ਰਿਐਲਿਟੀ ਸ਼ੋਜ਼ ਹੈ ਜਿਹੜੇ ਕੀਤੇ ਹੋਏ ਨੇ। ਇੱਕ ਤਾਂ ਸ਼ਹਿਨਾਜ਼ ਨਾਲ ਹੀ ਕੀਤਾ ਸੀਗਾ, ਮੁਝਸੇ ਸ਼ਾਦੀ ਕਰੋਗੇ ਕਰਕੇ ਆਈ ਸੀ ਉਹ, ਤੇ ਇੱਕ ਹੋਰ ਇਹਨਾਂ ਨੇ ਕੀਤਾ ਸੀਗਾ, ਉਹ ਵੀ ਰਿਐਲਿਟੀ ਸ਼ੋ ਸੀਗਾ ਵਿਦ ਯੰਗਸਟਰਸ, ਘਰੇ ਬੰਦ ਹੁੰਦੇ ਨੇ ਸਾਰੇ। ਅੱਛਾ। ਤੇ ਐਜ਼ ਯੂਜੂਅਲ ਮੈਂ ਨਾ ਭੁੱਲ ਜੰਨੀ ਹੈ। ਦੈਟਸ ਓਕੇ। ਮੈਂ ਬਦਾਮ ਅੱਜ ਫੇਰ ਖਾ ਕੇ ਆਈ ਸੀ ਪਰ ਪਤਾ ਨਹੀਂ ਕਿੱਥੇ ਨਾ ਭੁੱਲ ਜੰਨੀ ਹੈ। ਕੋਈ ਗੱਲ ਨਹੀਂ, ਆਈ ਕੈਨਟ ਹੈਲਪ ਯੂ ਦੇਅਰ। ਹੈ ਨਾ, ਕੋਈ ਨਾ, ਤੁਸੀਂ ਇੱਥੇ ਬਦਾਮ ਰੱਖ ਲਿਆ ਕਰੋ ਨਾਲ ਖਾਏ। ਤੇ ਗੱਲ ਇਹ ਵੀ ਇਹ ਰਿਐਲਿਟੀ ਟੀਵੀ ਦੇ ਸਟਾਰ ਨੇ ਤੇ ਪੱਗ ਬੰਨਦਾ ਮੁੰਡਾ। ਹੀ ਇਜ਼ ਅ ਹੈਂਡਸਮ ਗਾਇ, ਮਾਡਲਿੰਗ ਕੀਤੀ ਹੋਈ ਹੈ, ਬੈਸਟ ਆਫ ਮਾਡਲਸ ਨਾ, ਕੌਨਫੀਡੈਂਸ ਹੈ ਉਹਦੇ ਚ ਪੂਰਾ। ਸੋ ਜਿੱਥੇ ਪੂਰੀ ਇੰਡਸਟਰੀ ਚ ਫੇਰ ਵੀ ਲੋਕੀ ਨੇ, ਇਜਾਜ਼ ਖਾਨ ਨੇ ਉਹ ਟੈਲੀਵਿਜ਼ਨ ਇੰਡਸਟਰੀ ਤੋਂ ਨੇ, ਜੈਸਮਨ ਨੇ ਇੱਕ ਹੋਰ ਉੱਥੇ, ਉਹ ਵੀ ਟੀਵੀ ਤੋਂ ਨੇ, ਸਿਧਾਰਥ ਸ਼ੁਕਲਾ ਲਾਸਟ ਈਅਰ ਦੇ ਵਿਨਰ ਵਾਪਸ ਆਏ ਨੇ, ਹਿਨਾ ਖਾਨ ਵਾਪਸ ਆਈ ਹੈ, ਐਂਡ ਗੌਹਰ ਖਾਨ ਵਾਪਸ ਆਏ ਨੇ। ਇਹ ਸਿਰਫ 2 ਵੀਕਸ ਲਈ ਨੇ, ਇਹ ਫਿਰ ਚਲੇ ਜਾਣਗੇ। ਬਾਕੀ ਕੁਮਾਰ ਸ਼ਾਨੂ ਦਾ ਮੁੰਡਾ ਆਇਆ ਜਾਨ, ਮੈਨੂੰ ਪਤਾ ਹੀ ਨਹੀਂ ਸੀ ਵੀ ਕੁਮਾਰ ਸ਼ਾਨੂ ਦਾ ਮੁੰਡਾ ਵੀ ਹੈ। ਜੀ ਤੈਨੂੰ ਟਾਈਮ ਨਿਕਲ ਗਿਆ ਅੱਗੇ, ਜਵਾਕ ਹੋ ਗਏ, ਵੱਡੇ ਵੀ ਹੋ ਗਏ, ਆ ਵੀ ਗਏ ਨੇ। ਸੋ ਉਹਨਾਂ ਦਾ ਮੁੰਡਾ ਹੈ ਜਾਨ ਕੁਮਾਰ ਸ਼ਾਨੂ, ਉਹ ਉੱਥੇ ਹੈ। ਤੇ ਇਸ ਤੋਂ ਇਲਾਵਾ 2-3 ਜਿਹੜੇ ਹੋਰ ਹੈ ਉੱਥੇ। ਹਾਂ, ਇੱਕ ਸਾਊਥ ਇੰਡੀਆ ਦੀ ਕੋਈ ਐਕਟਰੈਸ ਹੈ, ਉਹ ਨਿੱਕੀ ਤੰਬੋਲੀ। ਦੈਟਸ ਰਾਈਟ, ਤੰਬੋਲੀ। ਇਹਨਾਂ ਵਿੱਚ ਕਮਾਲ ਪਾਇਆ ਹੋਇਆ। ਅੱਛਾ। ਹਾਂਜੀ ਉਹਨੇ ਬਿਲਕੁਲ, ਇਹ ਸਾਊਥ ਇੰਡੀਅਨ ਐਕਟਰੈਸ ਨੇ, ਥੋੜੀ ਬੋਲਡ ਹੈ ਨਿੱਕੀ। ਸੋ ਉਹਨਾਂ ਨੂੰ ਪਤਾ ਆ ਵੀ ਮੈਂ ਕਦੋਂ ਥੋੜਾ ਜਿਹਾ ਫਲਰਟੇਸ਼ੀਅਸ ਹੋਣਾ ਹੈ, ਕਿਹਦੇ ਮੂਹਰੇ ਕੀ ਕਹਿਣਾ ਹੈ। ਹੁਣ 4-5 ਐਪੀਸੋਡ ਤੋਂ ਲੜਾਈ ਇਹ ਚੱਲ ਰਹੀ ਆ ਵੀ ਰੋਜ਼ ਘਰੇ ਨਾ ਸਿਰਫ 7 ਚੀਜ਼ਾਂ ਜਿਹੜੀਆਂ ਦਿੱਤੀਆਂ ਜਾਣਗੀਆਂ, 7 ਕੱਪੜੇ, ਲੀੜੇ, ਮੇਕਅਪ, ਕੁਛ ਵੀ। 7 ਦਿਨ ਬਸ ਇਹਨਾਂ ਨੂੰ, ਮਤਲਬ 5 ਦਿਨ ਹੋ ਗਏ, ਨਿੱਕੀ ਹੀ ਸਮਾਨ ਮੰਗੀ ਜਾ ਰਹੀ। ਤੇ ਕੱਲ ਰਾਤੀ ਲੜਾਈ ਇਹ ਹੋ ਰਹੀ ਸੀ ਕਿ ਤੂੰ ਜਿਹੜੀਆਂ ਸ਼ਾਰਟਸ ਪਾਣੀਆਂ ਅੱਜ ਤੂੰ ਨਾ ਪਾ, ਅੱਜ ਇਹ ਨਾ ਪਾ, ਕੱਲ ਪਾ ਲਈ, ਅੱਜ ਕਿਸੇ ਹੋਰ ਨੂੰ ਮੌਕਾ ਦੇ ਦੇ। ਇੰਟਰਸਟਿੰਗ। ਪੂਰੇ ਘਰ 'ਚ ਇਸ ਗੱਲ ਦੀ ਲੜਾਈ ਚੱਲ ਰਹੀ। ਵਾਓ, ਇਹ ਇੱਕ ਇਹੋ ਜਿਹਾ ਕੈਰੈਕਟਰ ਤਾਂ ਹੋਣਾ ਜ਼ਰੂਰੀ ਹੈ। ਨਹੀਂ ਤਾਂ ਇਹੋ ਜਿਹੀਆਂ ਲੜਾਈਆਂ ਕਿੱਥੇ ਵੇਖੀਆਂ ਨੇ ਵੀ ਤੂੰ ਆ ਪਜਾਮੇ ਨਾ ਪਾ, ਤੂੰ ਉਹ ਨਾ ਪਾ। ਚੈਲੰਜ, ਹਾਂ, ਰੀਅਲ ਲਾਈਫ ਚੈਲੰਜਸ ਨਾ, ਦੁਨੀਆ 'ਚ ਇੰਨਾ ਕੁਛ ਹੋ ਰਿਹਾ, ਪਜਾਮੇ ਦੀ ਲੜਾਈ ਬਹੁਤ ਜ਼ਰੂਰੀ ਹੈ। ਪਜਾਮਿਆਂ ਤੇ ਲੜਨਾ ਜ਼ਰੂਰੀ ਹੈ। ਰਾਹੁਲ ਵੈਦਿਆ, ਮੈਨੂੰ ਯਾਦ ਹੈ ਇੰਡੀਅਨ ਆਈਡਲ 'ਚ ਹੁੰਦੇ ਸੀ, ਹੀ ਇਜ਼ ਬੈਕ ਐਜ਼ ਵੈਲ, ਹੈ ਨਾ। ਹਾਂਜੀ, ਉਹ ਵੀ ਬਹੁਤ ਘੱਟ ਨਾ ਮੈਨੂੰ ਪਛਾਣ ਦੇ ਵਿੱਚ ਆਉਂਦੇ। ਸਾਰਾ ਗੁਰਪਾਲ ਵਾਸ ਵਨ ਆਫ ਦਮ ਓਬਵੀਅਸਲੀ, ਪਰ ਇਹ ਬਹੁਤ ਨਵੇਂ, ਆਈ ਗੈਸ ਜਿਹੜੇ ਲੋਕ ਟੀਵੀ ਉੱਤੇ ਸੋਪ ਓਪਰਾਸ ਦੇਖਦੇ ਨੇ ਉਹ ਇਹਨਾਂ ਨਾਵਾਂ ਨਾਲ ਵਾਕਿਫ ਹੋਣਗੇ। ਪਰ ਮੈਨੂੰ ਲੱਗਦਾ ਹੁਣ ਘਰਾਂ ਦੇ ਵਿੱਚ ਇੱਕ ਵਾਰੀ ਫਿਰ ਲੜਾਈਆਂ ਹੋਣੀਆਂ ਸ਼ੁਰੂ ਹੋ ਜਾਣੀਆਂ ਕਿ ਪਹਿਲਾਂ ਬਿਗ ਬੌਸ ਦੇਖਣਾ, ਫਿਰ ਕੁਝ ਹੋਰ ਚੱਲੇਗਾ। ਬਿਲਕੁਲ। ਸਾਡੇ, ਮੇਰੀ ਸਿਸਟਰ ਦੇ ਘਰ ਇਹ ਪੂਰੇ ਜਣੇ ਇਕੱਠੇ ਹੋ ਜਾਂਦੇ ਨੇ। ਸੋ ਐਲਾਨ ਕਰਕੇ ਜਾਂਦੀ ਹੈ ਕਿ ਜਿੰਨੀ ਦੇਰ ਮੈਂ ਨਾ ਆਵਾਂ, ਲਾਇਓ ਨਾ। ਬਿਲਕੁਲ, ਮਤਲਬ ਮੈਨੂੰ ਐਂ ਲੱਗਦਾ ਇੰਨਾ ਰੌਲਾ। ਅਸੀਂ ਤਾਂ ਚਲੋ, ਸਾਡੀ ਤਾਂ ਮਜਬੂਰੀ ਹੈ ਕਈ ਵਾਰ ਵੇਖਣਾ, ਤੁਹਾਨੂੰ ਕਿਹੜੀ ਆਫਤ ਆਈ ਹੋਈ ਹੈ ਵੀ ਤੁਸੀਂ ਆਹੀ ਦੇਖਣਾ। ਸਲਮਾਨ ਖਾਨ ਦਾ ਫੋਨ ਆ ਜਾਂਦਾ, ਫਿਰ ਪੁੱਛਣਗੇ ਦੇਖਿਆ ਸੀ ਕਿ ਨਹੀਂ ਦੇਖਿਆ। ਅੱਛਾ, ਇੱਕ ਆਖਰੀ ਖਬਰ ਬਿਗ ਬੌਸ ਦੇ ਨਾਲ ਜੁੜੀ ਹੋਈ। ਸਨਾ ਖਾਨ ਨੇ ਇੰਸਟਾਗ੍ਰਾਮ ਤੇ ਐਲਾਨ ਕਰਤਾ ਮੈਂ ਛੱਡ ਰਹੀ ਹਾਂ ਜੀ ਇੰਡਸਟਰੀ। ਪਰ ਮੈਨੂੰ ਇਹ ਨਹੀਂ ਪਤਾ ਵੀ ਉਹ ਇੰਡਸਟਰੀ ਦੇ ਵਿੱਚ ਸੀਗੇ ਕਦੋਂ, ਮਤਲਬ ਵਾਟ ਵਾਸ ਸ਼ੀ ਡੂਇੰਗ? ਉਹ ਜੀ ਮਾੜੇ ਮੋਟੇ ਸੀਰੀਅਲ ਕਰ ਲੈਂਦੇ ਸੀਗੇ, ਫਿਰ ਉਹ ਬਿਗ ਬੌਸ 'ਚ ਵੀ ਸੀਗੇ, ਪਰ ਸੀਰੀਅਲ ਕਰਦੇ ਸੀਗੇ ਉਹ ਇੱਕ ਟਾਈਮ ਤੇ। ਉਹਨਾਂ ਨੇ ਕਾਫੀ ਕੁਛ ਕਰਿਆ ਹੈ, ਬਟ ਉਸ ਤੋਂ ਬਾਅਦ ਫਿਰ ਟਿਕਟੋਕ, ਇੰਸਟਾਗ੍ਰਾਮ, ਸਾਰਾ ਕੁਛ। ਹੁਣ ਉਹਨਾਂ ਦਾ ਐਕਚੁਅਲੀ ਉਹਨਾਂ ਦਾ ਨਾਂ ਆਇਆ ਡਰੱਗਸ ਤੇ ਜਿਹੜਾ ਕੇਸ ਚੱਲ ਰਿਹਾ ਸੀਗਾ, ਉਸ 'ਚ ਟੈਲੀਵਿਜ਼ਨ ਐਕਟਰਸ ਵਿੱਚ ਸੀ। ਸੋ ਉਹਦੇ ਵਿੱਚ ਇਹਨਾਂ ਦਾ ਨਾਂ ਤੇ ਅੰਗਦ ਹਸੀਜਾ ਦੋਹਾਂ ਦਾ ਨਾਂ ਆਇਆ ਸੀ। ਇੰਟਰਸਟਿੰਗ। ਸੋ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਨਾਂ ਹੋਰ ਅੱਗੇ ਆਵੇ, ਬੰਦਾ ਕਹਿੰਦਾ ਚਲੋ ਮੈਂ ਫॉर ਰਿਲੀਜੀਅਸ ਰੀਜ਼ਨਸ ਆਲਸੋ ਮੈਂ ਛੱਡ ਕੇ ਤੇ ਹੁਣ ਸੰਨਿਆਸ ਲੈ ਲੈਣਾ, ਮੈਂ ਹੁਣ ਮੈਡੀਟੇਸ਼ਨ ਵੱਲ ਜਾਣਾ ਆ, ਮੈਂ ਇਹ ਸਾਰਾ ਕੁਝ ਕਰਨਾ। ਇੰਟਰਸਟਿੰਗ। ਓਕੇ, ਚਲੋ ਵਧੀਆ, ਵੀ ਵਿਸ਼ ਹਰ ਲੱਕ, ਆਲ ਦ ਬੈਸਟ, ਹੈ ਨਾ। ਮੈਂ ਸੋਚ ਰਹੀ ਸੀ ਕਿੱਥੇ ਦੇਖਿਆ ਸਨਾ ਖਾਨ ਨੂੰ ਲਾਸਟ, ਉਹ ਜਿਹੜਾ ਸ਼ੋਅ ਸੀ ਦੁਬਈ ਦੇ ਵਿੱਚ ਫਿਲਮ ਹੋਇਆ, ਕੋਈ ਇਹੋ ਜਿਹਾ ਸ਼ੋਅ ਸੀਗਾ, ਆਈ ਡੋਂਟ ਰਿਮੈਂਬਰ। ਅਸੀਂ ਦੋਨੋਂ ਪਹਿਲੇ ਇੱਕ ਕੰਮ ਕਰੀਏ, ਸ਼ੋਅ ਕਰਨ ਤੋਂ ਪਹਿਲੇ ਕਿਲੋ ਬਦਾਮ ਖਾਇਆ ਕਰੀਏ। ਸਾਡੇ ਦੋਨਾਂ ਦੀ ਯਾਦਾਸ਼ਤ ਨਾ ਥੋੜੀ ਜਿਹੀ ਬਹੁਤ ਵੀਕ ਹੋ ਰਹੀ ਹੈ, ਥੋੜੀ ਜਿਹੀ ਨਹੀਂ, ਬਹੁਤ ਵੀਕ ਹੋ ਰਹੀ ਹੈ। ਅਜੇ ਦੇਵਗਨ ਨੇ ਸੋਸ਼ਲ ਮੀਡੀਆ ਉੱਤੇ ਗੱਲ ਸਾਂਝੀ ਕੀਤੀ, ਔਰ ਬਹੁਤ ਲੋਕਾਂ ਨੂੰ ਤਾਂ ਇਹ ਪਤਾ ਵੀ ਨਹੀਂ ਸੀ ਕਿ ਅਜੇ ਦੇਵਗਨ ਦੇ ਇੱਕ ਭਰਾ ਵੀ ਨੇ, ਅਨਿਲ ਦੇਵਗਨ। ਹੀ ਪਾਸਡ ਅਵੇ, ਦੈਟਸ ਰੀਅਲੀ ਅਨਫੋਰਚੂਨੇਟ, ਕਿਉਂਕਿ ਅਜੇ ਦੇ ਫਾਦਰ ਦੀ ਵੀ ਹੁਣੇ ਪਿਛਲੇ ਸਾਲ ਡੈਥ ਹੋਈ ਹੈ। ਸੋ ਇਟਸ ਸੋ ਸੈਡ। ਜੀ ਬਿਲਕੁਲ। ਐਂਡ ਉਹਨਾਂ ਦੇ ਬ੍ਰਦਰ ਅਸਿਸਟੈਂਟ ਡਾਇਰੈਕਟਰ ਰਹੇ ਨੇ ਕਾਫੀ ਫਿਲਮਾਂ 'ਚ, ਉਸ ਤੋਂ ਬਾਅਦ ਉਹ ਰਾਜੂ ਚਾਚਾ 'ਚ ਵੀ ਉਹ ਸੀਗੇ। ਸੋ ਅਜੇ ਦੇਵਗਨ ਦੇ ਇੱਕ ਤਰ੍ਹਾਂ ਨਾਲ ਸਾਇਲੈਂਟ ਪਾਰਟਨਰ ਸੀ। ਸਾਇਲੈਂਟ ਜਿੱਦਾਂ ਹੁੰਦਾ, ਆਪਾਂ ਬਹੁਤਾ ਨਾ ਉਹਨਾਂ ਦੇ ਬਾਰੇ ਪੜ੍ਹਿਆ ਕਿਤੇ, ਨਾ ਆਪਾਂ ਉਹਨਾਂ ਨੂੰ ਦੇਖਦੇ ਸੀਗੇ, ਜਿਹੜੇ ਲੋਕੀ ਸਿਰਫ ਕੰਮ ਕਰਨ 'ਚ ਯਕੀਨ ਕਰਦੇ ਨੇ। ਸੋ ਐਂਡ ਅਜੇ ਨੇ ਫਿਰ ਟਵੀਟ ਕੀਤਾ ਕਿ ਅਸੀਂ ਕੋਈ ਵੀ ਸਭਾ ਨਹੀਂ ਕਰਾਂਗੇ, ਸ਼ੋਕ ਸਭਾ ਨਹੀਂ ਕਰਾਂਗੇ। ਲੋਕਾਂ ਨੇ ਆਪਣੇ ਕੰਡੋਲੈਂਸਿਸ ਜਿਹੜੇ ਹੁੰਦੇ ਨੇ, ਆਪਣੇ ਮੈਸੇਜ ਉਹ ਭੇਜਦੇ ਸੀ। ਸੋ ਇਟਸ ਅ ਸੈਡ ਥਿੰਗ। ਇਸ ਵੇਲੇ ਨਾ COVID-19 ਦੇ ਵਿੱਚ ਜੋ ਵੀ ਅਨਫੋਰਚੂਨੇਟਲੀ ਡੈਥਸ ਹੋ ਰਹੀਆਂ ਨੇ, ਉਹਦੇ ਵਿੱਚ ਕਿਸੇ ਦੇ ਸ਼ੋਕ ਦੇ ਵਿੱਚ
ਸ਼ਾਮਲ ਹੋ ਸਕਣਾ ਬੜਾ ਮੁਸ਼ਕਿਲ ਹੋਇਆ ਵਾ ਜੀ whether ਇੰਡਸਟਰੀ ਪ੍ਰੋਬਬਲੀ ਕਮਸ ਟੁਗੇਦਰ ਇਨ ਥੀਸ ਟਾਈਮਸ ਪ੍ਰੋਬਬਲੀ ਕੀ ਆਉਂਦੇ ਹੀ ਆ ਸਾਰੇ ਇਕੱਠੇ ਹੁੰਦੇ ਆ ਇੱਕ ਦੂਜੇ ਨੂੰ ਕੰਡੋਲੈਂਸਿਸ ਦੇਣ ਵਾਸਤੇ ਉਹ ਨਹੀਂ ਹੈਗਾ that you can be there for each other ਹੈ ਨਾ ਉਹ ਵੀ ਸੀਗਾ ਪਰ ਤਰਨਮ ਜ਼ਿਆਦਾ ਨਾ ਇਸ 'ਚ ਮਤਲਬ ਮੈਨੂੰ ਕਹਿੰਦੇ ਵੀ ਅਜੀਬ ਲੱਗਦਾ ਪਰ ਥੋੜ੍ਹੀ ਉੱਥੇ ਵੀ ਫੈਸ਼ਨ ਪਰੇਡ ਹੀ ਹੁੰਦੀ ਹੈ ਤੁਸੀਂ ਵੇਖੋ ਵੀ ਇਹ ਜਿਹੜੇ ਸੈਲੀਬ੍ਰਿਟੀਜ਼ ਕਿਸੇ ਦੇ ਸ਼ੋਕ ਸਭਾ 'ਤੇ ਜਾਂਦੇ ਨੇ ਇਹਨਾਂ ਦੇ ਲਈ ਵੀ ਜਿਹੜੀ ਖਬਰ ਆਉਂਦੀ ਹੈ ਉਹ ਇਹ ਘੱਟ ਹੁੰਦੀ ਹੈ ਵੀ ਉਹ ਕਿੱਥੇ ਗਏ ਕਿਹਦੇ ਕਰਕੇ ਕੌਣ ਹੂ ਪਾਸਡ ਅਵੇ ਉਹ ਨਹੀਂ ਹੁੰਦਾ ਇਹ ਹੁੰਦਾ ਉਹਨਾਂ ਨੇ ਪਾਇਆ ਕੀ ਸੀਗਾ ਉਹਨਾਂ ਨੇ ਵਾਲ ਉੱਤੇ ਬੰਨੇ ਹੋਏ ਸੀਗੇ ਉਹ ਫੋਨ ਤੇ ਗੱਲ ਕਰ ਰਹੇ ਸੀ ਸੋ ਆਈ ਥਿੰਕ ਇਹ ਬੜਾ ਫੈਮਿਲੀ ਦਾ ਨਿੱਜੀ ਵੀ ਹੁੰਦਾ ਹੈ ਗਰੀਵ ਕਰਨਾ ਹੈ ਨਾ ਇੱਕ ਪਰਸਨਲੀ ਫੈਮਿਲੀ ਦਾ ਹੁੰਦਾ ਸੋ ਇਸ ਵੇਲੇ ਆਈ ਥਿੰਕ ਫੈਮਿਲੀਜ਼ ਆਪਣਾ ਟਾਈਮ ਆਪਣਿਆਂ ਨਾਲ ਜਿਹੜੀਆਂ ਹੈਗੀਆਂ ਇਸ ਵੇਲੇ ਉਹ ਜ਼ਿਆਦਾ ਚੰਗਾ ਇਟਸ ਇੰਟਰਸਟਿੰਗ ਕਿ ਇੰਡਸਟਰੀ ਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਇੱਕ PR ਐਕਸਰਸਾਈਜ਼ ਬਣ ਜਾਂਦੀ ਹੈ ਬਿਲਕੁਲ ਜੀ ਹੈ ਨਾ ਭਾਵੇਂ ਖੁਸ਼ੀ ਦਾ ਸਮਾਂ ਹੋਵੇ ਭਾਵੇਂ ਕਿਸੇ ਦਾ ਵਿਆਹ ਹੋਵੇ ਭਾਵੇਂ ਕਿਸੇ ਦਾ ਸਵਰਗਵਾਸ ਹੋਵੇ it's unfortunate but that's how the world has become these days ਹੈ ਨਾ ਅੱਛਾ ਹੋਮਵਰਕ ਦੀ ਆਪਾਂ ਗੱਲ ਕਰ ਰਹੇ ਸੀ ਹੋਮਵਰਕ ਮੈਂ ਕਰਨਾ ਸ਼ੁਰੂ ਕਰ ਦਿੱਤਾ ਮੈਂ ਮਿਰਜ਼ਾਪੁਰ ਦੇਖਣਾ ਸ਼ੁਰੂ ਕਰ ਦਿੱਤਾ ਉਹ ਤੁਹਾਨੂੰ ਯਾਦ ਹੈ ਸਕੂਲ ਦੇ ਟਾਈਮ 'ਚ ਹੁੰਦਾ CW ਕਲਾਸ ਵਰਕ HW ਹੋਮਵਰਕ ਹੁਣ ਅਸੀਂ ਤੁਹਾਨੂੰ HW ਦੇ ਰਹੇ ਹਾਂ ਤੁਸੀਂ CW 'ਚ ਦੱਸੋ ਕਿ ਤੁਸੀਂ ਦੇਖਿਆ ਕੀ ਆ ਮਿਰਜ਼ਾਪੁਰ ਦਾ ਕਿਉਂਕਿ ਦੂਜਾ ਸੀਜ਼ਨ ਹੈ ਜਿਹੜਾ ਸੋਸ਼ਲ ਮੀਡੀਆ ਉੱਤੇ ਟ੍ਰੇਲਰ ਆਈ ਜਾ ਰਹੇ ਸੀ ਉਹਦੇ ਹੈ ਨਾ ਅਤੇ ਮੈਂ ਬੜੀ ਦੇਰ ਤੋਂ ਦੇਖਣਾ ਚਾਹੁੰਦੀ ਸੀ ਕਿਉਂਕਿ ਪੰਕਜ ਤ੍ਰਿਪਾਠੀ ਐਂਡ ਆਈ ਲਵ ਹਿਮ ਪਰ ਉਹ ਕਦੇ ਆਈ ਜਸਟ ਕੈਪਟ ਪੁਟਿੰਗ ਇਟ ਆਫ ਕਿਉਂਕਿ ਇੱਕ ਵਾਰੀ ਜੇ ਸੀਰੀਜ਼ ਸ਼ੁਰੂ ਕਰਤੀ ਫਿਰ ਤੁਹਾਨੂੰ ਉਹ ਖਤਮ ਕਰਨੀ ਪੈਂਦੀ ਆ ਮੈਨੂੰ ਇਹ ਵੀ ਪਤਾ ਹੈ ਨਾ ਕੰਮ ਵੱਧ ਗਿਆ ਤੁਹਾਡੇ ਕੋਲ ਬੜਾ ਕੁਛ ਹੋ ਗਿਆ ਵੇਖਣ ਵਾਲਾ which is very difficult so I must say ਕਿ ਮਿਰਜ਼ਾਪੁਰ ਮੈਨੂੰ ਗੈਂਗਸਟਰ ਮੂਵੀਜ਼ ਦੇ ਵਿੱਚ ਗੋਰੀ ਚੀਜ਼ਾਂ ਜਿਹੜੀਆਂ ਨੇ ਲੋਟਸ ਆਫ ਬਲੱਡ ਐਂਡ ਗੋਰ ਆਈ ਡੋਂਟ ਹੈਵ ਅ ਸਟਮਕ ਫॉर ਇਟ ਹੈ ਨਾ ਮੈਨੂੰ ਬੜਾ ਮੁਸ਼ਕਿਲ ਲੱਗਦਾ ਉਹ ਸਾਰਾ ਕੁਝ ਦੇਖਣਾ ਸੋ ਇਸ ਕਰਕੇ ਮੈਂ ਵਾਸੇਪੁਰ ਵੀ ਹਾਲੇ ਤੱਕ ਨਹੀਂ ਦੇਖੀ ਓਹੋ ਤੈਨੂੰ ਮੈਂ ਤਾਂ ਫਿਰ ਇੱਕ ਕੰਮ ਕਰਾਂ ਮੈਂ ਲਿਸਟ ਹੀ ਲਾ ਦੇਣੀ ਹੈ ਇੱਥੇ ਨਾ HW ਦੀ ਲਿਸਟ ਵੱਡੀ ਹੋ ਰਹੀ ਹੈ ਤੁਹਾਡੀ ਗੈਂਗਸਟਰ ਮੂਵੀਜ਼ ਵਾਸਤੇ ਨਾ ਇੱਕ ਡਿਫਰੈਂਟ ਤਰ੍ਹਾਂ ਦਾ ਉਹ ਚਾਹੀਦਾ ਜਿਗਰਾ ਚਾਹੀਦਾ ਸੱਚੀ ਗੱਲ ਹੈ ਫਿਰ ਠੀਕ ਹੈ ਆਪਾਂ ਉਹਨਾਂ ਚੋਂ ਆਏ ਫਿਰ ਤੇਰੇ ਨੂੰ ਜਿਹੜੇ ਰਿਵਾਈਂਡ ਕਰ ਕਰਕੇ ਦੇਖਦੇ ਜਿਹੜਾ ਉਹਨਾਂ ਨੇ ਗਾਟਾ ਲਾਤਾ ਹੁੰਦਾ ਨਾ ਅਸੀਂ ਉੱਥੇ ਰੁਕੀਦਾ ਉੱਥੋਂ ਫਿਰ ਦੁਬਾਰਾ ਪਲੇ ਕਰੀਦਾ ਜਦੋਂ ਪੰਕਜ ਤ੍ਰਿਪਾਠੀ ਸ਼ੂਟ ਕਰ ਰਿਹਾ ਹੁੰਦਾ ਨਾ ਮੇਰੇ ਅੱਗੇ ਬਲੈਂਕਟ ਹੁੰਦਾ ਤੇ ਮੈਂ ਕਹਿੰਦੀ ਕਿ ਮੈਨੂੰ ਦੱਸ ਦਿਓ ਕਦੋਂ ਖਤਮ ਹੋ ਗਿਆ ਓਕੇ ਮਿਊਟ ਕਰ ਦਿਓ ਮੈਨੂੰ ਲੱਗਦਾ ਤੁਹਾਡੀ ਵੀ ਬਾਹ ਪਤਾ ਨਹੀਂ ਕਿਹੜੇ ਵੇਲੇ 'ਚ ਆਈ ਹੋਈ ਹੈ ਤੁਹਾਨੂੰ ਵੀ ਦੇਖਣਾ ਹੀ ਪੈਣਾ ਹੈ ਸੋ ਮਿਰਜ਼ਾਪੁਰ ਮੈਂ ਸ਼ੁਰੂ ਕੀਤਾ ਮੈਨੂੰ ਬਹੁਤ ਚੰਗਾ ਲੱਗਾ ਆਈ ਲਵ ਇਟ ਕਿਉਂਕਿ ਮੈਂ ਦੂਜਾ ਸੀਜ਼ਨ ਜਦੋਂ ਸ਼ੁਰੂ ਹੁੰਦਾ ਮੈਂ ਦੇਖਣਾ ਚਾਹੁੰਦੀ ਹਾਂ ਅਤੇ ਮੈਂ ਆਈ ਥਿੰਕ 3rd ਜਾਂ 4th ਐਪੀਸੋਡ 'ਤੇ ਹਾਂ ਐਂਡ ਇਟਸ ਬ੍ਰਿਲੀਅੰਟ ਜੇ ਹਾਲੇ ਤੱਕ ਕਿਸੇ ਨੇ ਨਹੀਂ ਦੇਖਿਆ ਗੈਂਗਸਟਰ ਟਾਈਪ ਆਫ ਸਟੱਫ ਦੇ ਲਾਈਕ ਟੂ ਵਾਚ ਆਈ ਥਿੰਕ ਆਈ ਹਾਈਲੀ ਰੈਕਮੈਂਡਡ ਜਦੋਂ ਆਪਾਂ ਪੁੱਛਿਆ ਸੀ ਨਾ 2-3 ਹਫ਼ਤੇ ਪਹਿਲਾਂ ਆਡੀਅנס ਨੂੰ ਵੀ ਤੁਹਾਨੂੰ ਕੀ ਰੈਕਮੈਂਡੇਸ਼ਨਸ ਤੁਸੀਂ ਕਰਦੇ ਹੋ ਮਿਰਜ਼ਾਪੁਰ ਵਾਸ ਵਨ ਆਫ ਦ ਟਾਪ ਰੈਕਮੈਂਡੇਸ਼ਨਸ ਬਿਲਕੁਲ ਕਿਉਂਕਿ ਮਿਰਜ਼ਾਪੁਰ ਵਰਗੀ ਮੈਨੂੰ ਲੱਗਦਾ ਆਫਟਰ ਸੀਕ੍ਰੇਟ ਗੇਮਸ ਉਹ ਵੀ ਸਿਰਫ ਸੀਜ਼ਨ 1 ਤੋਂ ਲੈ ਕੇ ਹੁਣ ਜਿਹੜਾ ਮਿਰਜ਼ਾਪੁਰ ਸੀਗਾ ਉਹ ਇੰਨਾ ਜ਼ਿਆਦਾ ਕੰਪੈਲਿੰਗਲੀ ਐਂਟਰਟੇਨਿੰਗ ਹੈ ਨਾ ਕਿ ਤੁਸੀਂ ਇੱਕ ਮੈਂ ਤੁਹਾਨੂੰ ਦੱਸਦੀ ਸੀ ਲਾਸਟ ਟਾਈਮ ਵੀ ਮੈਂ ਪੂਰਾ ਸੀਜ਼ਨ ਇੱਕ ਵਾਰੀ ਵੇਖਿਆ ਤੁਸੀਂ ਉੱਠ ਹੀ ਨਹੀਂ ਸਕਦੇ ਮਤਲਬ ਇੰਨਾ ਪਰ ਸੈਕਿੰਡ ਜਿਹੜਾ ਆ ਰਿਹਾ ਦੈਟ ਇਜ਼ ਇਟ ਲੁਕਸ ਲਾਈਕ ਨੈਕਸਟ ਲੈਵਲ ਮਤਲਬ ਮੈਨੂੰ ਇੰਨੀ ਉਡੀਕ ਮੇਰੇ ਐਮਾਜ਼ੋਨ ਦੇ ਜਿਹੜੇ ਕੱਪੜੇ ਆਉਂਦੇ ਆ ਜਾਂ ਮੇਰੇ ਕਸਮੈਟਿਕ ਆਉਂਦੇ ਉਹਦੀ ਕੋਈ ਉਡੀਕ ਨਹੀਂ ਹੈਗੀ ਮੈਨੂੰ ਉਡੀਕ ਇਸ ਵੇਲੇ ਆ ਵੀ ਇਹ ਜਿਹੜਾ ਮਿਰਜ਼ਾਪੁਰ 2 ਆ ਰਿਹਾ ਉਹਦੀ ਬਹੁਤ ਜ਼ਿਆਦਾ ਕਿਉਂਕਿ ਇਹਦੇ ਅੰਦਰ ਜਿਹੜੀ ਸਟੋਰੀ ਹੈ ਲਿਟਰਲੀ ਦੱਸਣਾ ਤਾਂ ਹੈ ਹੀ ਨਹੀਂ ਜਦੋਂ ਤੁਸੀਂ ਆਪਣਾ HW ਖਤਮ ਕਰੋਗੇ CW ਦੀ ਕਲਾਸ ਗਾਹ ਨਿਕਲ ਜਾਣੀ ਆਈ ਨੋ ਇਹਨੂੰ ਪ੍ਰੋਡਿਊਸ ਕੀਤਾ ਫਰਹਾਨ ਅਖਤਰ ਤੇ ਰਿਤੇਸ਼ ਸਦਵਾਨੀ ਨੇ ਸੋ ਐਕਸਲ ਫਿਲਮਸ ਦੀ ਪ੍ਰੋਡਕਸ਼ਨ ਹੈ ਇਹ ਔਰ ਕਮਾਲ ਦੀ ਪ੍ਰੋਡਕਸ਼ਨ ਹੈ ਵਿਕਰਾਂਤ ਮਾਸੀ ਇਹਦੇ ਵਿੱਚ ਨੇ ਅਲੀ ਫਜ਼ਲ ਇਜ਼ ਬ੍ਰਿਲੀਅੰਟ ਡਿਫਰੈਂਟ ਲੱਗ ਰਿਹਾ ਹੈ ਹੀ ਇਜ਼ ਬੀਫਡ ਅਪ ਮਤਲਬ ਪੂਰਾ ਹੀ ਲੁਕਸ ਲਾਈਕ ਹਲਕ ਬਣਾਈ ਹੋਈ ਹੈ ਉਹਨਾਂ ਨੇ ਜੀ ਉਹਨਾਂ ਦੇ ਸਾਹਮਣੇ ਵਿਕਰਾਂਤ ਮਾਸੀ ਲੁਕ ਸੋ ਟਾਈਨੀ ਬਟ ਇੰਨਾ ਸੋਹਣਾ ਹੈ ਨਾ ਮਤਲਬ ਤੁਸੀਂ ਆਹ ਸੋਚੋ ਵੀ ਮੇਰੇ ਵਰਗਾ ਬੰਦਾ ਤੇ ਰਾਤੀ ਇਹੀ ਸੋਚਦਾ ਰਹਿੰਦਾ ਵੀ ਅੱਛਾ ਇਹ ਹੋਇਆ ਹੋਊਗਾ ਜਿਹੜਾ ਸੈਕਿੰਡ ਟ੍ਰੇਲਰ ਹੈ ਜੀ ਉਹਨੂੰ ਆਲਰੇਡੀ ਇੰਨੇ ਹਿੱਟਸ ਮਿਲ ਚੁੱਕੇ ਹਨ ਲੋਕੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਵੀ ਆਉਣ ਵਾਲੇ ਟਾਈਮ 'ਚ ਇਹ ਹੋ ਸਕਦਾ ਸੋ ਮੋਸਟ ਟਾਕਡ ਅਬਾਊਟ ਜਿਹੜੀ ਵੈਬ ਸੀਰੀਜ਼ ਹੈ ਨਾ ਇਸ ਟਾਈਮ ਇਹਦੇ ਵਿੱਚ ਆਈ ਥਿੰਕ ਮੈਨੂੰ ਸੈਕਿੰਡ ਸੀਜ਼ਨ ਦੇ ਵਿੱਚ ਕੁੜੀਆਂ ਦਾ ਵੀ ਜਿਹੜਾ ਰੋਲ ਹੈ ਸਟਰੋਂਗ ਹੁੰਦਾ ਨਜ਼ਰ ਆ ਰਿਹਾ ਸ਼ਵੇਤਾ ਤ੍ਰਿਪਾਠੀ ਉਹ ਸਭ ਤੋਂ ਜ਼ਿਆਦਾ ਸਟਰੋਂਗ ਸ਼ਵੇਤਾ ਤੇ ਸ਼ਿਲਪਾ ਪਿਲਗਾਂਵਕਰ ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ she is also great ਤੇ ਮੈਂ ਦੱਸ ਮੇਰੇ ਮੂੰਹ ਚੋਂ ਨਿਕਲਦੇ ਰਹਿ ਗਿਆ ਤੁਸੀਂ ਹੋਰ ਮੈਨੂੰ ਛੇੜੋਗੇ ਤਾਂ ਮੈਂ ਦੱਸ ਦੇਣਾ ਫਿਰ ਨਹੀਂ ਮੈਂ ਅੱਜ ਘਰ ਜਾ ਕੇ ਦੇਖਣਾ ਸੋ ਆਪਾਂ ਇਹਦੇ ਬਾਰੇ ਹੋਰ ਗੱਲ ਨਹੀਂ ਕਰਨੀ ਅੱਛਾ ਮਿਰਜ਼ਾਪੁਰ ਤੋਂ ਇਲਾਵਾ ਹੋਰ ਕੀ ਦੇਖਣ ਵਾਲਾ ਐਨੀ ਰეკਮੈਂਡੇਸ਼ਨਸ ਯੈਸ ਬੈਡ ਬॉय ਬਿਲੀਅਨਰਸ ਮਤਲਬ ਬੈਡ ਵੀ ਭੈੜੇ ਮੁੰਡੇ ਜਿਨ੍ਹਾਂ ਕੋਲ ਪੈਸਾ ਹੈ ਵਿਜੇ ਮਾਲਿਆ ਜਿਨ੍ਹਾਂ ਕੋਲ ਪੈਸਾ ਹੈ ਸੋ ਇਹ ਇੱਕ
ਜਿਹੜੀ ਸੀਰੀਜ਼ ਬਣਾਈ ਹੈ ਇਹ ਇੰਡੀਆ ਦੇ ਜਿਹੜੇ ਬੈਡ ਬॉय ਬਿਲੀਅਨਰ ਸੀਗੇ, ਵਿਜੇ ਮਾਲਿਆ ਸੀ, ਉਸ 'ਚ ਨੀਰਵ ਮੋਦੀ, ਸੁਬ੍ਰਤੋ ਰॉय। ਅੱਛਾ, ਸੋ ਦ ਬਿਗੇਸਟ ਸਕੈਮਸ ਜਿਹੜੇ ਇੰਡੀਆ 'ਚ ਹੋਏ, ਸੁਬ੍ਰਤੋ ਰॉय ਜਿਹੜੇ ਸਹਾਰਾ ਇੰਡੀਆ ਦੇ, ਨੀਰਵ ਮੋਦੀ ਜਿਹੜੇ ਜੂਲਰੀ ਦਾ ਕਰਦੇ ਸੀਗੇ। ਸੋ ਇਹਨਾਂ ਨੇ ਜਿਹੜਾ ਇੰਡੀਆ ਦੇ ਬੈਂਕਾਂ ਨੂੰ ਬਿਲਕੁਲ ਸਾਫ਼ ਕਰਕੇ ਇਹ ਭੱਜ ਗਏ, ਭਗੌੜੇ ਹੋ ਗਏ। ਇਹ ਜਿਹੜੀ ਸੀਰੀਜ਼ ਹੈ ਇਹ ਉਹਨਾਂ ਤੇ ਹੈ। ਇੰਟਰਸਟਿੰਗ। ਇਹ ਦੇਖਣੀ ਬਣਦੀ ਹੈ। ਯੂ ਫੀਲ ਪ੍ਰਾਊਡ ਆਫ ਯੋਰ ਕੰਟਰੀ। ਮੈਂ ਤਾਂ ਵਿਜੇ ਪੈਸੇ ਲੈ ਕੇ ਭੱਜ ਗਏ ਨੇ ਤੇ ਹਜੇ ਤੱਕ ਵਾਪਸ ਨਹੀਂ ਆਏ। ਅੱਛਾ, ਸੋ ਇਹ ਦੇਖਣਾ ਵੀ ਬਣਦਾ, ਬੈਡ ਬॉय ਬਿਲੀਅਨਰਸ ਜ਼ਰੂਰ ਦੇਖਣੀ ਬਣਦੀ ਹੈ। ਕਿੰਗਫਿਸ਼ਰ ਦੇ ਵਿਜੇ ਮਾਲਿਆ ਬਾਰੇ ਸੁਣਿਆ ਬਹੁਤ ਕੁਝ ਸੀ, ਸੋ ਮੈਂ ਦੇਖੂੰਗੀ। ਇਟਸ ਲਾਈਕ ਅ ਡਾਕੂਮੈਂਟਰੀ ਸਟਾਈਲ। ਹਾਂ, ਇਟਸ 3 ਸੀਰੀਜ਼ ਨੇ, ਮਤਲਬ 1 2 3 ਤਿੰਨਾਂ ਦੇ ਸਕੈਮ ਨੇ ਤੇ ਤੁਸੀਂ ਉਹ ਦੇਖ ਸਕਦੇ ਹੋ। ਇਹ ਤਾਂ ਸੌਖੀ ਮੁੱਕ ਜਾਣੀ ਆ। ਇਹ ਤਾਂ ਤੁਹਾਨੂੰ ਹੋਮਵਰਕ ਹੀ ਕੀ ਹੈ, 3 ਦਿਨ ਅਗੇ ਛੁੱਟੀਆਂ ਗਾਂ ਖੜੀਆਂ ਨੇ ਤੁਹਾਡੇ, ਤੁਸੀਂ ਤੇ ਮੁਕਾ ਦਿਓ, ਫਿਰ ਤੁਹਾਨੂੰ ਨਵਾਂ ਦਈਏ ਅਸੀਂ HW। I'm taking notes. Thank you, Jasmine. Always a pleasure. Thank you for joining us. ਤੁਹਾਨੂੰ ਅਗਲੇ ਹਫਤੇ ਮਿਲਦੇ ਹਾਂ ਵੀਰਵਾਰ ਨੂੰ। Do your HW ਮੈਂ ਕਰ ਲਿਆ, ਮੈਂ ਨੋਟ ਬਣਾ ਲਏ ਨੇ ਵੀ ਕਿਹੜਾ ਹੋਮਵਰਕ ਕਰਨਾ ਜੀ। Thank you so much.